ਅੱਜ ਰਾਜਪੁਰਾ ਦੀ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਰਾਜਪੁਰਾ ਦੇ ਲਗਭਗ ਸਾਰੇ ਕੌਂਸਲਰਸ ਨੇ ਭਾਗ ਲਿਆ ਅਤੇ ਹਲਕਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਸਾਰੇ ਹੀ ਵਾਰਡ ਦੇ ਕੌਂਸਲਰਸ ਨੇ ਆਪਣੇ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਏਜੰਡੇ ਵਿੱਚ ਲਏ ਗਏ ਫੈਸਲਿਆਂ ਤੇ ਹਾਂ ਤੇ ਨਾ ਦੀ ਮੋਹਰ ਲਗਾਈ ਗਈ। ਇਸ ਮੌਕੇ ਹਰ ਕੌਂਸਲਰ ਨੇ ਆਪਣੇ ਵਾਰਡ ਵਿੱਚ ਅਧੂਰੇ ਕੰਮਾਂ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਿੰਦਰ ਸ਼ਾਸਤਰੀ ਨੂੰ ਕੰਮ ਪੂਰੇ ਕਰਵਾਉਣ ਦੀ ਅਪੀਲ ਕੀਤੀ। पाइपलाइन पाने दे ध्यान रखियो भी सीवरेज की पाइप तो अलग होवे, खोदियां विच दी ना पाइप लै जियो ताकि लोगों को गंदा पानी पीना पवे। जे ये गल होगी अगे तो ओहदे जिम्मेवार ते मैनू तुसी सोच के कल तक एक टाइम बाउंड ईओ साहब नूं दे दो। मैनू कोई मतलब नहीं है, ईओ साहब नूं दिओ, प्रधान जी नूं दिओ भी आ टाइम बाउंड है जी असीं इन्ने टाइम च 15-16 नंबर वार्ड का काम कर देंगे। उस तो बाद जो तुहाडा लेट हुंदा है फिर तुहाडी पेमेंट रिलीज़ ना होवे, फिर जिम्मेवार तुसीं होवोगे, असीं नहीं होवांगे। टोलियां दा पानी कड्ढण तों मैडम जी चिला के इसी चीज़ की लड़ाई है ना। तो उत्थे कदे जेई आया सीगा जो काम कर रहा अनट्रेड ਜਿਹੜੇ ਮਿਸਤਰੀ ਲੱਗੇ ਹੋਏ ਸੀਗੇ, अनट्रेड मिस्त्री लगे हुए वीडियो सारा कुछ रिकॉर्ड है मेरे को। जेई ने एक दिन मैं धक्के तो लेके गया, उन्हें खुद जाके उसकी चाय पीती, लेकिन कोई नहीं मानता ना उससे कोई जेई जाता ना एचडी नहीं जानते। इन्हों तो पता नहीं सर 15-16 बार कितने हैं। मैनू एक गल दसो, तुहाडी गल सही है। ਜਿਹੜੇ 6-6 इंची पाइप पा के पहला तो ਆਪਾਂ सड़कां पट्टदियां, 6 इंची पाइप पाते, सीवरेज पाता, वो चलूगा नहीं। ਉਹਦਾ ਜ਼ਿੰਮੇਵਾਰ कौन है? ਉਹ ਕਮੇਟੀ ਦਾ ਪੈਸਾ ਬਰਬਾਦ ਕਿਉਂ ਕੀਤਾ? ਉਹਦਾ ਜ਼ਿੰਮੇਵਾਰ कौन है? ਇਹਦੀ ਗੱਲ ਮੈਂ ਪੂਰੀ ਕਰਦਾ। ਮੈਂ ਉਹਦਾ ਜ਼ਿੰਮੇਵਾਰ ਦੱਸੋ ਕੌਣ ਹੈ? ਮੈਂ ਦੱਸਦਾ ਇਹ ਗੱਲ ਮੇਰੀ ਸਟਾਰਟਿੰਗ ਦੀ ਐਸਡੀਓ ਨਾਲ ਹੋਈ। ਐਸਡੀਓ ਕਹਿੰਦਾ ਸਾਡੇ ਕੋਲ ਠੇਕੇਦਾਰ ਦਾ 1 ਕਰੋੜ ਰੁਪਈਆ ਹੈ। ਸੁਣ ਲਓ ਮੇਰੀ ਗੱਲ ਵੀ 1 ਕਰੋੜ ਪਤਾ ਨਹੀਂ ਅਸੀਂ ਕਿੰਨਾ ਪੈਸਾ ਰੱਖਦੇ, ਕੁਝ ਰੱਖਦੇ ਤੁਸੀਂ ਇਦਾਂ ਹਨਾ ਹੁੰਦਾ ਨੇ। ਕਹਿੰਦੇ ਜੇ 6 ਇੰਚੀ ਨਾ ਚਲੇ ਤਾਂ ਮੈਂ ਚਲਵਾ ਕੇ ਦੂੰਗਾ, ਸਾਡੀ ਜ਼ਿੰਮੇਵਾਰੀ ਬਣਦੀ। ਮੈਂ ਕਿਹਾ ਯਾਰ ਫਿਰ ਤੂੰ ਰੋਜ਼ ਪੱਟਿਆ ਕਰੇਗਾ ਵੀ ਅੱਜ ਉਰੇ ਰੁਕ ਗਿਆ, ਤੂੰ ਅੱਜ ਪੱਟ ਕੇ ਫਿਰ 8 ਇੰਚੀ ਪਾਏਗਾ, 10 ਇੰਚੀ ਪਾਏਗਾ। ਉਹਨਾਂ ਨੇ ਮੈਂ ਉਹੀ ਗੱਲ ਕਰਦਾ, ਉਹ ਕੋਈ ਸੁਣਦਾ ਹੈ ਨਹੀਂ ਗੱਲਬਾਤ। ਐਸਡੀਓ ਦਾ ਬਿਲਕੁਲ ਨਹੀਂ ਸੁਣਦਾ ਹੈਗਾ। ਜੇਈ ਸਾਹਿਬ ਨਵੇਂ ਆਏ, ਇਹਨਾਂ ਦਾ ਪਤਾ ਹੀ ਨਹੀਂ ਕੀ ਹਿਸਾਬ ਕਿਤਾਬ ਹੈ। ਉਹ ਕਦੇ ਨਾ ਉੱਥੇ ਮੇਰੇ ਵਾਰਡ 'ਚ ਬੜੇ ਨਾ ਕੁਛ ਕੀਤਾ ਐਸਡੀਓ ਕਿੱਥੇ ਨੇ? ਹੈ ਨਹੀਂ ਜੀ ਆਣਗੇ ਜੋ ਮੈਡਮ ਤੋਂ ਮੀਟਿੰਗ ਆਈ ਨਹੀਂ। ਐਸਡੀਓ ਸਾਹਿਬ ਤੋਂ ਆਈ ਨਹੀਂ ਹੈ ਇੱਥੇ ਲੋਕਾਂ ਦਾ ਜਿਹੜਾ ਹਾਲਾਤ ਹੋਇਆ ਪਿਆ। ਲੋਕ ਤੁਹਾਨੂੰ ਵੀ ਮੈਨੂੰ ਵੀ ਕੰਮ ਕਰਦੇ ਸਾਰੇ ਐਮਸੀ ਸਾਹਿਬ ਲਿਖ ਕੇ ਦਿਓ ਵੀ ਜਿਹੜਾ ਐਸਡੀਓ ਨੇ ਕੰਮ ਕੀਤਾ ਹੈ ਅਸੀਂ ਸੈਟੀਸਫਾਈ ਉਹਦੀ ਇਨਕੁਆਇਰੀ ਕਰਾਂਗੇ। ਮੈਂ ਕਰਵਾਉਂਗੀ ਲਿਖ ਕੇ ਦਿਓ। ਇੱਕ ਹੋਰ ਸੁਣੋ ਫਾਈਲ ਦਾ ਲੈ ਲੈ ਪੁੱਛੋ ਸਾਰਾ ਕੁਝ ਲਿਖ ਲਿਆ ਹੋਗਾ ਤਾਂ ਜ਼ਿਆਦਾ ਮੋੜ ਦਿੰਦਾ ਮੈਂ ਪੈਸੇ ਜਦੋਂ ਉਹ ਕਹਿੰਦੇ 3500 ਕਾਹਦਾ ਲੈ ਈਓ ਸਾਹਿਬ ਤੁਹਾਨੂੰ ਵੀ ਇੱਕ ਗੱਲ ਬੜੀ ਕਲੀਅਰ ਕਰਨੀ ਆ। ਇਹ ਤਾਂ ਜਿਹੜੇ ਐਸਟੀਮੇਟ ਆ ਤੁਹਾਡੇ ਪਹਿਲਾਂ ਦੇ ਪਏ ਨੇ, ਅੱਜ ਨਵਾਂ ਐਸਟੀਮੇਟ ਕੋਈ ਨਹੀਂ ਪਾਇਆ। ਜਿਹੜਾ ਐਸਟੀਮੇਟ ਨਵਾਂ ਹੋਊਗਾ ਉਹ ਪਹਿਲਾਂ ਕੁਆਲਿਟੀ ਚੈੱਕ ਹੋਊਗੀ, ਜਿਹੜਾ ਪਾਈਪਾਂ ਦਾ ਸਾਈਜ਼ ਹੈ ਉਹ ਚੈੱਕ ਹੋਊਗਾ। ਮੈਂ ਇੱਕ ਵੀ ਇਹ ਤੁਸੀਂ ਜੇ ਤੁਸੀਂ ਆਰਡਰ ਦਿਓਗੇ ਇਹਦੇ ਜ਼ਿੰਮੇਵਾਰ ਤੁਸੀਂ ਜਾਂ ਪ੍ਰਧਾਨ ਜੀ ਹੋ। ਨੰਬਰ 16 15 ਦਾ ਇਨਾਮ ਆਇਆ ਨਹੀਂ ਰਾਣੀ ਬੈਠੀ ਹੈ ਜੀ 15 ਉਹਦਾ ਖੁਦ ਗਏ ਸੀ ਮੈਡਮ ਖੁਦ ਗਏ ਪ੍ਰਧਾਨ ਜੀ। ਮੈਡਮ ਗਏ ਸੀ ਜਾ ਕੇ ਆਸ਼ਵਾਸਨ ਵੀ ਦਵਾਇਆ ਉਹਨਾਂ ਨੇ ਵੀ ਠੀਕ ਹੋਗਾ, ਲੇਕਿਨ ਉੱਥੇ ਬਹੁਤ ਬੁਰਾ ਹਾਲ ਹੈ। ਲੋਕ ਦਰਗਲੀ ਜ਼ਿੰਦਗੀ ਜੀ ਰਹੇ ਨੇ। ਮਤਲਬ ਹਰ ਰੋਜ਼ ਮੇਰੇ ਕੋਲ ਸਵੇਰੇ 10 ਜਾਂ 5-15 ਬੰਦੇ ਆਈ ਜਾਂਦੇ ਨੇ, ਉਹੀ ਗੱਲ ਕਰਦੇ ਨੇ ਬਾਰ-ਬਾਰ ਵੀ ਉੱਥੇ ਨਹੀਂ ਕੁਝ ਹੋ ਰਿਹਾ, ਨਿਕਲਣ ਨੂੰ ਵੜਨ ਨੂੰ ਕੋਈ ਜਗ੍ਹਾ ਨਹੀਂ ਹੈਗੀ। ਮੈਂ ਗੁੱਤਾ ਦੀ ਗੱਲ ਜ਼ਰੂਰ ਕਹੂੰਗੀ, ਵਾਰਡ ਨੰਬਰ 15-16 ਉਹਨੂੰ ਜਦੋਂ ਸੀਵਰੇਜ ਪਾਣਾ ਸੀ ਸਾਰਾ ਪੱਟ ਕੇ ਸਿੱਟਣ ਦੀ ਕੀ ਲੋੜ? ਮੈਡਮ ਜੀ ਮੈਂ ਸਿਸਟਮ ਨਾਲ ਪੱਟਿਆ ਜਾਣਾ ਚਾਹੀਦਾ ਸੀ। ਮੈਂ ਇਸੇ ਅੱਧਾ ਪੱਟੇ ਅੱਧਾ ਉਹਨੇ ਸਟਾਈਲਾਂ ਲਾਉਂਦੇ। ਮੈਂ ਸੱਚਾ ਲੱਗਦਾ ਜੀ ਪਤਾ ਕੀ ਹੈ ਪਹਿਲਾਂ ਮੇਰੀ ਗੱਲ ਸੁਣੋ, ਕੰਮ ਕਮੇਟੀ ਨੇ ਕਰਵਾਉਣਾ, ਪ੍ਰਧਾਨ ਜੀ ਬੈਠੇ ਆ, ਈਓ ਸਾਹਿਬ ਬੈਠੇ, ਇਹਨਾਂ ਨੇ ਕਰਨਾ। ਪਰ ਮੈਂ ਇੱਕ ਗੱਲ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦੀ ਹਾਂ, ਤੁਸੀਂ ਜ਼ਿੰਮੇਵਾਰ ਐਮਸੀ ਹੋ, ਜਦੋਂ ਤੁਹਾਡਾ ਵਾਰਡ ਸਾਰਾ ਪੱਟ ਕੇ ਸੁੱਟ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਵੀ ਇਹਨੂੰ ਸਾਰਾ ਰੋ ਚਿਲਾ ਕੇ ਕਰਿਆ ਮੈਂ ਵੀ ਹਾਂ ਨਹੀਂ ਪੱਟਣਾ, ਸਿਰਫ ਇੱਕ ਗਲੀ ਪੱਟਣੀ ਹੈ ਚੁੰਨਾ ਭੱਠੀ ਵਾਲੀ। ਉਹਨਾਂ ਨੇ ਕੀ ਕਰਿਆ, ਮੈਂ ਇੱਕ ਦਿਨ ਵਾਸਤੇ ਬਾਹਰ ਚਲਿਆ ਗਿਆ ਬਾਲਾ ਜੀ, ਉਹਨਾਂ ਨੇ ਪਿੱਛੋਂ ਆ ਕੇ ਕੁਲਦੀਪ ਨਗਰ ਵਾਲੀ ਵੀ ਪੱਟ ਦੀ ਤੇ ਮੇਰੇ ਉਧਰ ਦੂਜੀ ਵਾਲੀ ਵੀ ਪੱਟ ਦੀ। ਉਹ ਤਾਂ ਖਾਰ ਖਾ ਰਹੇ ਨੇ ਸ਼ੁਰੂ ਤੋਂ ਹੀ। ਮੇਰੇ ਉਹਦੀਆਂ ਤੁਸੀਂ ਮੈਂ ਆਰਟੀਆਈ ਪਾਈ ਹੋਈ ਹੈ, ਕੰਪਲੇਂਟਾਂ ਪਾਈ ਹੋਈਆਂ ਮੇਰੀਆਂ। ਉੱਥੇ ਜਾ ਕੇ ਹੋਦੀਆਂ ਪਟਵਾ ਕੇ ਦੇਖੋ, ਹੋਦੀਆਂ ਦਾ ਸੱਤਿਆਨਾਸ਼ ਹੋਇਆ ਪਿਆ, ਸਾਰੀਆਂ ਹੋਦੀਆਂ ਬੈਠ ਕੇ ਉੱਥੇ। ਉਹਦਾ ਸੀਵਰੇਜ ਚੱਲਣਾ ਹੀ ਨਹੀਂ, 1 ਮਿੰਟ ਵੀ ਨਹੀਂ ਚੱਲਣਾ। ਨਹੀਂ ਮੈਂ ਇਹ ਗੱਲ ਸੁਣਦਾ ਪਬਲਿਕ ਦਾ ਕੀ ਐਸਡੀਓ ਦੇ ਵੀ ਜ਼ਿੰਮੇਵਾਰ ਨੇ ਪੂਰੇ। ਅਸੀਂ ਇਹਨਾਂ ਨੂੰ ਕੰਮ ਦੇ ਅਸੀਂ ਇਹਨਾਂ ਨੂੰ ਪੇਮੈਂਟ ਦੇ ਠੀਕ ਹੈ ਜੀ। ਹੁਣ ਇਹਨਾਂ ਨੇ ਆਪਣੇ ਤਰੀਕੇ ਨਾਲ ਜੇ ਕੰਮ ਕਰਨਾ ਨਾਲ ਕੇ ਉਹ ਤਾਂ ਹੁਣ ਇਹਨਾਂ ਨੂੰ ਟੈਕਨੀਕਲੀ ਇਹਨਾਂ ਨੂੰ ਪਤਾ ਵੀ ਅਸੀਂ ਕਿੰਨੇ ਪ੍ਰਧਾਨ ਜੀ ਉਹ ਤਾਂ ਠੀਕ ਹੈ, ਤੁਸੀਂ ਫਿਰ ਇਹਨਾਂ ਨੇ ਲੇਟ ਕਰਤਾ ਕੰਮ ਮਾਰਚ ਤੋਂ ਪਹਿਲਾਂ ਹੋ ਜਾਣਾ ਕੰਮ ਤੁਸੀਂ ਆਰਡਰ ਦੇਤਾ, ਤੁਸੀਂ ਪੈਸੇ ਦੇ ਦੇ। ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਵੀ ਹੈ, ਤੁਸੀਂ ਚੈੱਕ ਤਾਂ ਕਰੋ ਵੀ ਕੰਮ ਹੋ ਰਿਹਾ ਹੈ, ਨਹੀਂ ਹੋ ਰਿਹਾ। ਕੰਮ ਤਾਂ ਦੇਖੋ ਰੈਗੂਲਰ ਚੱਲੀ ਗਿਆ ਨਾ ਜੀ। ਉਹਨਾਂ ਨੇ
ਇਹਨਾਂ ਨੇ ਸ਼ਿਕਾਇਤ ਜਿਹੜੀ ਕੀਤੀ ਹੈ ਗੁਪਤਾ ਜੀ ਨੇ ਕੰਮ ਦੀ ਕੁਆਲਿਟੀ ਬਾਰੇ ਕੀਤੀ ਉਹਨਾਂ ਬਾਹਰ ਇਸ ਸ਼ਿਕਾਇਤ ਕੀਤੀ ਹੈ ਜਿਹੜੀ ਕੁਆਲਿਟੀ ਹੈ ਕੰਮ ਦੀ, ਪਰ ਜਿਹੜਾ ਕੰਮ ਹੋਇਆ ਨਹੀਂ ਉਹ ਖੱਡੇ ਪੱਟੇ ਪਏ ਆ, ਲੋਕੀ ਵੀ ਲੋਕ ਡਿੱਗ ਰਹੇ ਨੇ, ਰੋਜ਼ ਐਕਸੀਡੈਂਟ ਹੋ ਰਹੇ ਨੇ ਉੱਥੇ। ਆਪਾਂ ਵੀ ਕਮੇਟੀ ਦੇ ਪ੍ਰਧਾਨ ਆ, ਆਪਾਂ ਵੀ ਈਓ ਸਾਹਿਬ ਆ, ਆਪਣੀ ਡਿਊਟੀ ਹੈ, ਆਪਾਂ ਇਹ ਕਿ ਆਰਡਰ ਦੇਤਾ ਮੁੜ ਕੇ ਆਪਾਂ ਇਹ ਦੇਖਣਾ ਹੀ ਨਹੀਂ ਕੰਮ ਹੋ ਰਿਹਾ ਹੈ ਨਹੀਂ ਹੋ ਰਿਹਾ। ਅਸੀਂ ਕਹਿ ਰਹੇ ਕਿ ਤੁਸੀਂ ਐਸਡੀ ਸਾਹਿਬ ਤੋਂ ਪੁੱਛੋ ਨਾ, ਜ਼ਿੰਮੇਵਾਰੀ ਸਭ ਦੀ ਹੈ, ਉਹਨਾਂ ਨੇ ਤਾਂ ਦਿਖਾਈ ਐਸਡੀ ਸਾਹਿਬ ਦੀ ਜ਼ਿੰਮੇਵਾਰੀ ਹੈ, ਪ੍ਰਧਾਨ ਜੀ ਦੀ ਜ਼ਿੰਮੇਵਾਰੀ ਹੈ, ਈਓ ਸਾਹਿਬ ਦੀ ਜ਼ਿੰਮੇਵਾਰੀ ਹੈ। ਜਦੋਂ ਆਪਾਂ ਕੋਈ ਆਰਡਰ ਦੇਤਾ, ਕਮੇਟੀ ਜੋ ਪੇਮੈਂਟ ਰਿਲੀਜ਼ ਹੋ ਗਈ, ਉਸ ਤੋਂ ਬਾਅਦ ਜਿਹੜੇ ਕਮੇਟੀ ਦੇ ਮੇਨ ਬੰਦੇ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਚੈੱਕ ਕਰਨਾ ਕਿ ਉੱਥੇ ਕੰਮ ਹੋ ਰਿਹਾ ਹੈ ਨਹੀਂ ਹੋ ਰਿਹਾ, ਕਿਹੋ ਜਿਹਾ ਹੋ ਰਿਹਾ ਹੈ, ਜਾਂ ਜਿਹੜਾ ਐਸਡੀਓ ਸਾਹਿਬ ਹੈਗੇ ਨੇ ਉਹਨਾਂ ਨੇ ਸਾਰੀ ਕਲੋਨੀ ਪੱਟ ਕੇ ਸਿੱਟਤੀ, ਮੁੜ ਕੇ ਕੀ ਈਓ ਸਾਹਿਬ ਜਾਂ ਪ੍ਰਧਾਨ ਜੀ ਦੀ ਕੋਈ ਜ਼ਿੰਮੇਵਾਰੀ ਨਹੀਂ ਪਰ ਦੇਖਣਾ ਕਿ ਉੱਥੇ ਕੀ ਕੰਮ ਹੋ ਰਿਹਾ ਹੈ, ਕੀ ਐਮਸੀ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਦੇਖਣਾ। ਮੇਰੀ ਗੱਲ ਨਹੀਂ ਸਮਝੇ, ਮੈਂ ਐਸਡੀ ਸਾਹਿਬ ਦੇਈ ਨੂੰ ਸਾਰਿਆਂ ਨੂੰ ਕਹਿ ਲਿਆ। ਅਸੀਂ ਲਗਾਤਾਰ ਕਹਿ ਰਹੇ ਹਾਂ ਹਾਂਜੀ, ਕਿਉਂ ਉੱਥੇ ਕੀ ਇੰਨਾ ਬੁਰਾ ਹਾਲ ਕਿਉਂ ਹੈ ਉਸ ਕਲੋਨੀ 'ਚ? 15-16 ਵਾਰਡ ਦੇ ਵਿੱਚ ਸੀਵਰੇਜ ਆਪਣਾ ਰਹਿ ਚੁੱਕਾ ਹੈ। ਮੇਰੇ ਆਉਣ ਤੋਂ ਪਹਿਲਾਂ ਪੈ ਗਿਆ ਸੀ, ਹੁਣ ਉੱਥੇ ਵਾਟਰ ਸਪਲਾਈ ਪੈਣੀ ਜੀ ਤੇ ਹੁਣ ਬਾਰਿਸ਼ਾਂ ਕਰਕੇ ਉੱਥੇ ਕੰਮ ਰੁਕਿਆ ਹੋਇਆ ਵਾਟਰ ਸਪਲਾਈ। ਹੁਣ ਨੈਕਸਟ ਵੀਕ ਸਾਡੀ ਵਾਟਰ ਸਪਲਾਈ ਦੀ ਪਾਈਪ ਆ ਜਾਣੀ ਹੈ, ਅਗਸਤ ਦੇ ਪਹਿਲੇ ਹਫਤੇ 'ਚ ਉੱਥੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋ ਜਾਏਗਾ। ਇੱਕ ਰਿਕੁਐਸਟ ਹੋਰ ਸਾਇਲੈਂਟ ਹੈ। ਆਪਾਂ ਬੈਠ ਕੇ ਗੱਲ ਕਰਨੀ ਹੈ। ਮੈਂ ਜਿਹੜੀ ਮੇਨ ਇੱਕ ਹੋਰ ਗੱਲ ਸੀਗਾ ਮੁੱਦਾ ਉੱਠਿਆ ਆਪਣਾ ਜਿਹੜੀ ਆਪਣੀ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨੇ ਜੀ ਉਹ ਕਾਫੀ ਪੈਂਡਿੰਗ ਪਏ ਨੇ। ਉਹ ਜਿਹੜੇ ਹੈਗੇ ਨੇ ਉਹ ਪਹਿਲ ਦੇ ਆਧਾਰ ਤੇ ਕਰਾਈ ਜਾਣ। ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਸੀਟ ਹੈ ਉਹ ਮਤਲਬ ਜਿਵੇਂ ਸਪੋਜ਼ ਕਰੋ ਮਿਸ਼ੂਰ ਕਹਿ ਸਕਦੇ ਆ ਜਿਹੜਾ ਦੇਖਣਾ ਸਾਡਾ ਭਰਾ ਕੋਈ ਐਮਸੀ ਜਾ ਕੇ ਤੇ ਬਹਿ ਜਾਂਦਾ ਫਿਰ ਉਹਦੀਆਂ ਖਬਰਾਂ ਲੱਗਦੀਆਂ ਨੇ, ਕੋਈ ਗੱਲਾਂ ਬਾਤਾਂ ਉੱਠਦੀਆਂ ਨੇ, ਕੋਈ ਆਪਣਾ ਜਿਵੇਂ ਇਹਨਾਂ ਨੇ ਬਿਆਨ ਦਿੱਤਾ ਸੀ ਕਹਿੰਦੇ ਸੰਵਿਧਾਨਿਕ ਨਹੀਂ ਹੈਗੀ ਸੀਟ। ਸੰਵਿਧਾਨਿਕ ਨਹੀਂ ਕਿਹਾ ਸੀ, ਮੈਂ ਕਿਹਾ ਸੀ ਕਮਰਾ ਜ਼ਰੂਰ ਹੈ ਵੀ ਇਹਨਾਂ ਦੇ ਇਲੈਕਸ਼ਨ ਨਹੀਂ ਹੋਏ। ਹਾਂ ਫਿਰ ਇਹ ਮੈਂ ਨਹੀਂ ਮੈਂ ਵੀ ਸਕਦਾ। ਉਹਦਾ ਕਲੀਅਰ ਕਰਵਾ ਯਾਰ ਹੱਥ ਪਰੇ ਰੱਖਿਆ ਕਰੋ। ਹਾਂਜੀ ਹਾਂਜੀ ਕੋਈ ਇੱਕ ਕਮਰਾ ਹੈ ਅੱਜ ਉੱਥੇ ਵਾਈਸ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਕੋਈ ਨਹੀਂ ਹੈ, ਕੁਰਸੀ ਖਾਲੀ ਹੈ, ਇੱਕ ਕਮਰਾ ਹੈ, ਪਬਲਿਕ ਆਂਦੀ ਹੈ ਉੱਥੇ ਕੋਈ ਵੀ ਜਾ ਕੇ ਬੈਠ ਸਕਦਾ, ਤੁਸੀਂ ਵੀ ਬੈਠ ਸਕਦੇ ਹੋ। ਉਹ ਕੋਈ ਸੀਟ, ਉਹ ਚੇਅਰ, ਇੱਕ ਮਿੰਟ, ਉਹ ਚੇਅਰ ਅੱਜ ਵਾਈਸ ਪ੍ਰੈਜ਼ੀਡੈਂਟ ਦੀ ਨਹੀਂ ਹੈ। ਕੱਲ ਨੂੰ ਵਾਈਸ ਪ੍ਰੈਜ਼ੀਡੈਂਟ ਸਾਹਿਬ ਸਾਡੇ ਚੁਣੇ ਜਾਂਦੇ ਆ, ਕੋਈ ਵੀ ਐਮਸੀ ਸਾਹਿਬ ਚੁਣਿਆ ਜਾਂਦਾ ਹੈ, ਉਹ ਕੁਰਸੀ ਜਿੰਨਾ ਨੇ ਚੋਣ ਕਰਾਈ ਜਾਵੇ, ਵਾਈਸ ਪ੍ਰੈਜ਼ੀਡੈਂਟ ਦੀ ਚੋਣ ਕਰਾਈ ਜਾਵੇ। ਹਾਂਜੀ ਮੈਡਮ। ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਚੁਣਨ ਤੋਂ ਬਾਅਦ ਅਗਰ ਕੋਈ ਵੀ ਐਮਸੀ ਸਾਹਿਬਾਨ ਉੱਥੇ ਬੈਠਦੇ ਹੈ ਉਹ ਗਲਤ ਹੈ। ਅੱਜ ਉਹ ਇੱਕ ਖਾਲੀ ਕਮਰਾ ਪਿਆ ਹੈ, ਉੱਥੇ ਐਮਸੀ ਸਾਹਿਬ ਕੋਈ ਵੀ ਆ ਕੇ ਬੈਠ ਕੇ ਪਬਲਿਕ ਦੇ ਕੰਮ ਸੁਣ ਰਹੇ ਨੇ, ਇਹ ਨਹੀਂ ਕਿ ਉਹ ਵਾਈਸ ਪ੍ਰੈਜ਼ੀਡੈਂਟ ਬਣ ਕੇ ਆਰਡਰ ਕਰ। ਮੈਡਮ ਜੀ ਮੈਂ ਗੱਲ ਕਰਦਾ ਹੁਣ ਚਲੋ ਕੁਰਸੀ ਪਈ ਹੈ ਆਪਾਂ ਇੱਕ ਕੁਰਸੀ ਨਾਲ ਲਾ ਸਕਦੇ ਹਾਂ ਨਾ ਮੈਡਮ, ਬਿਲਕੁਲ ਕੋਈ ਉਹਦੇ ਤੇ ਆਪਾਂ ਬੈਠ ਸਕਦੇ ਹਾਂ। ਆਪਾਂ ਕੰਮ ਕਿੱਧਰ ਹੁਣ ਪ੍ਰਧਾਨਗੀ ਆ ਕੁਰਸੀ ਹੈ ਜਿਵੇਂ ਹੁਣ ਸਾਸਰੀ ਮੈਂ ਦੱਸਦਾ ਉਹ ਗੱਲ ਨਹੀਂ ਮੈਂ ਦੱਸਦਾ ਮੈਂ ਸਰ ਉਹੀ ਗੱਲ ਨਾਲ ਦੀ ਕੁਰਸੀ ਤੇ ਰਹਿ ਪੈਣੀ ਜੀ ਸਦਕੇ ਬੈਠੋ ਦਿਨ ਰਾਤ ਬੈਠੋ ਕੋਈ ਚੱਕਰ ਨਹੀਂ ਹੈਗਾ ਪਰ ਤਕਲੀਫ ਹੁੰਦੀ ਹੈ ਮਤਲਬ ਮਨ ਨੂੰ ਵੀ ਹੁੰਦਾ ਹੈ ਵੀ ਹਾਂ ਕੁਰਸੀ ਸਾਈਡ ਤੇ ਕਰ ਦੋ। ਹਾਂ ਕੋਈ ਵੀ ਦੂਸਰੀ ਐਮਸੀ ਬਾਤ ਸਾਹਿਬ ਚਾਹੇ ਬੈਠੋ ਲੋਕਾਂ ਮੈਡਮ ਜਿੰਨੇ ਮਰਜ਼ੀ ਸਾਈਡ ਤੇ ਕਰਨ ਦੀ ਲੋੜ ਹੀ ਨਹੀਂ, ਨਾਲ ਕੁਰਸੀ ਰੱਖ ਲਓ ਕੋਈ ਹੋਰ। ਜੋ ਵੀ ਕੋਈ ਉਹ ਸਭ ਨੂੰ ਜਿਵੇਂ ਠੀਕ ਲੱਗਦਾ ਚੱਲਣਾ। ਹਾਂ ਇਹ ਪਰ ਇਹਨਾਂ ਦਾ ਬਿਆਨ ਸੀਗਾ ਵਿੱਚ ਵੀ ਸੰਵਿਧਾਨ ਦੇ ਮੈਂ ਹੈਰਾਨ ਹੋ ਗਿਆ ਮੈਂ ਜੁੜੇ ਹੋਏ ਨੁਮਾਇੰਦੇ ਸਾਰੇ ਚੱਕਰਾਂ ਦੀ ਨਿਊਜ਼ ਆਈ ਹੈ ਜੀ ਸਾਰੇ ਚੱਕਰਾਂ ਦੀ ਉਹ ਵੀ ਸੰਵਿਧਾਨ ਦੇ ਸਰਪੰਚ ਮੈਂ ਹੈਰਾਨ ਹੋ ਗਿਆ ਵੈਸੇ ਕਮਰਾ ਨਹੀਂ ਹੈ ਜੋ ਸਾਹਿਬ ਦਾ ਕਿਸ ਤਰ੍ਹਾਂ ਬਿਆਨ ਲੱਗਿਆ ਮੈਂ ਆਪ ਸੋਚਿਆ ਮੈਂ ਤੁਹਾਨੂੰ ਫੋਨ ਕਰਾਂ ਨੰਬਰ ਦੇ ਦਿਓ ਸਾਡਾ ਮਤਲਬ ਹੈ ਜੀ ਕੁਝ ਅਹੁਦੇ ਦਾ ਜੀ ਮਾਨ ਮਰਿਆਦਾ ਦੀ ਕੈਮਰੇ ਮਾਨ ਮਰਿਆਦਾ ਕੈਮਰੇ ਪੁਰਾਣੇ ਰਾਜਪੁਰੇ ਵਾਲਿਆਂ ਲਈ ਪਾਣੀ ਦੀ ਸਮੱਸਿਆ ਬੜੀ ਆ ਰਹੀ ਹੈ। ਪੀਣ ਵਾਲਾ ਗੰਦਾ ਪਾਣੀ ਵੈਸੇ ਤਾਂ ਸਾਰੇ ਕਿਤੇ ਆ ਰਿਹਾ ਹੈ, ਉਹਦਾ ਐਸਟੀਮੇਟ ਬਣ ਚੁੱਕਿਆ ਹੈ। ਪੁਰਾਣੇ ਰਾਜਪੁਰੇ ਚੋਂ ਸ਼ੁਰੂ ਹੋਊਗਾ ਜਲਦੀ, ਪਾਈਪਲਾਈਨ ਪਊਗੀ ਨਵੀਂ, ਅਸੀਂ ਸਰਕਾਰ ਤੋਂ ਵੀ ਮਦਦ ਲਵਾਂਗੇ ਉਸ 'ਚ ਤਾਂ ਕਿ ਜਿਹੜਾ ਪੁਰਾਣੇ ਰਾਜਪੁਰੇ 'ਚ ਪੀਣ ਵਾਲਾ ਪਾਣੀ ਘਰ ਘਰ ਗੰਦਾ ਹੀ ਪਾਣੀ ਜਾ ਰਿਹਾ ਹੈ, ਬਣਵਾਉਣੀ ਵੀ ਬੜਾ ਗੰਦਾ ਪਾਣੀ ਬੇਨਤੀ ਹੈ ਅਗਰ ਆਪਾਂ ਮੌਕਾ ਦੇ ਕੇ ਇਸ ਨੂੰ ਬਣਾਈ ਸਭ ਤੋਂ ਵਧੀਆ ਉਹੀ ਕਰਾਂਗੇ ਪਿੱਛੇ 1 ਕਰੋੜ ਦਾ ਜਿਵੇਂ ਪ੍ਰਧਾਨ ਜੀ ਨੇ ਕਿਹਾ, ਜਿਹੜੀ ਚੀਜ਼ ਮੈਂ ਕਹੀ ਸੀ ਵੀ ਜਿਹੜੀ ਰੋਡ ਥੋੜੀ ਬਹੁਤੀ ਰਿਪੇਅਰ ਨਾਲ ਚੱਲ ਸਕਦੀ ਹੈ ਹਾਲੇ ਆਪਾਂ ਉਹਨੂੰ ਰਿਪੇਅਰ ਕਰਾ ਲਈਏ, ਜਿਹੜੀਆਂ ਬਿਲਕੁਲ ਟੁੱਟੀਆਂ ਭੱਜੀਆਂ ਆਪਾਂ ਉਹਨਾਂ ਨੂੰ ਪਹਿਲਾਂ ਬਣਾ ਲਈਏ। 1 ਕਰੋੜ ਸੀ 13 ਨੰਬਰ ਵਾਰਡ ਦੀ ਸੀ, ਸ਼ਾਇਦ 13 ਜਾਂ 14 ਨੰਬਰ ਵਾਰਡ ਦੀ ਉਹ ਬਣਨ ਲੱਗੀ ਸੀ। ਜਦੋਂ ਕਿ ਉਹ ਰੋਡ ਵਧੀਆ ਬਣੀ ਹੋਈ ਹੈ ਉਹ ਰੋਡ ਪੱਟ ਕੇ ਉਹਨੂੰ ਦੁਬਾਰਾ ਬਣਾ ਰਹੇ ਸੀਗੇ, ਉਹ ਅਸੀਂ ਰਿਕੁਐਸਟ ਕਰਕੇ ਉਹਦੇ ਨਾਲ ਵਾਲੀ ਗਲੀ ਜਮਾ ਟੁੱਟੀ ਪਈ ਸੀ ਉਹ ਬਣਵਾਈ। ਇੰਨਾ ਕੁ ਅਸੀਂ ਰਿਕੁਐਸਟ ਜ਼ਰੂਰ ਕਰਾਂਗੇ ਪਰ ਜੋ ਕੰਮ ਹੈ ਉਹ ਈਓ ਸਾਹਿਬ ਤੇ ਪ੍ਰਧਾਨ ਜੀ ਦੇਖ ਰਹੇ ਨੇ। ਪੀਣ ਵਾਲੇ ਪਾਣੀ ਦੀ ਪ੍ਰੋਪਰ ਪਾਣੀ ਨਹੀਂ ਜਾਂਦਾ ਸਾਰੇ ਪਿੰਡ 'ਚ। ਅਸੀਂ ਪਹਿਲਾਂ ਵੀ ਕੰਪਲੇਂਟ ਕਰ ਚੁੱਕੇ ਹਾਂ, ਹੁਣ ਤੱਕ ਕੋਈ ਹੱਲ ਨਹੀਂ ਹੋਇਆ।
ਤੁਸੀਂ ਵੀ ਜਾ ਕੇ ਦੇਖ ਕੇ ਆਏ ਆ ਮੈਡਮ। ਉਹਦਾ ਜਿਹੜੀ ਸਾਡੇ ਕੋਲ ਆਈ ਸੀ ਪ੍ਰੋਬਲਮ ਉਹਦੀ ਇਹ ਆਈ ਸੀ ਕਿ ਉਹਦਾ ਬਾਲ ਨਹੀਂ ਖੁੱਲਦਾ ਟਾਈਮ ਤੇ, ਜਿਹੜਾ ਬਾਲ ਹੁੰਦਾ ਹੈ ਉਹ ਟਾਈਮ ਤੇ ਨਹੀਂ ਖੁੱਲਦਾ। ਜਿਹੜਾ ਲੜਕਾ ਉਹਨੂੰ ਕਹਿਤਾ ਸੀਗਾ ਵੀ ਬਾਲ ਟਾਈਮ ਤੇ ਖੋਲਿਆ ਕਰੋ, ਵੀ ਉਹ ਕਹਿੰਦਾ ਸੀ ਜਿਹੜਾ ਨਿਚਲਾ ਏਰੀਆ ਉਹਨੂੰ ਪਾਣੀ ਆ ਜਾਂਦਾ, ਉਤਲੇ ਏਰੀਆ ਨੂੰ ਨਹੀਂ ਆਉਂਦਾ। ਮੈਂ ਪਾਣੀ ਹਰ ਇੱਕ ਨੂੰ ਹੈ ਪਾਣੀ। ਮੈਂ ਉਹੀ ਕਹਿ ਰਹੀ ਹਾਂ, ਉਹਦਾ ਹੱਲ ਦੇਖੋ ਕੀ ਹੋ ਸਕਦਾ ਹੈ। ਕਿਉਂਕਿ ਸੜਕਾਂ ਅਸੀਂ ਐ ਬਣਾਤੀਆਂ ਉੱਚੀਆਂ, ਘਰ ਨੀਵੇਂ ਹੋ ਗਏ, ਉਹਦਾ ਬੜੀ ਦਿੱਕਤਾਂ ਆ ਰਹੀਆਂ। ਮਕਾਨਾਂ ਉੱਚੇ ਕੁਝ ਨਹੀਂ ਮੈਂ ਸਰ ਹੁਣ ਬਾਰਿਸ਼ ਆ ਰਹੀ ਹੈ, ਲੋਕ ਸਾਡੇ ਕੋਲ ਰੋਜ਼ ਆ ਰਹੇ ਹੈ ਵੀ ਘਰਾਂ 'ਚ ਪਾਣੀ ਵੜ ਰਿਹਾ। ਵਿਕਾਸ ਜੀ ਕਿੱਥੇ ਹੈ? ਇਹਨਾਂ ਦੀ ਸੁਣੋ, ਸੀਵਰੇਜ ਫਲੋ ਓਵਰਫਲੋ ਹੈ। ਤੁਸੀਂ ਨੋਟ ਕਰ ਲਓ। ਦੇਖੋ ਮੈਂ ਸਾਰੇ ਸੀਵਰੇਜ ਦੇ जेई ਹੈ ਕੋਈ ਵੀ ਹੈ, ਮੈਂ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀਗਾ ਵੀ ਸਾਰੇ ਸੀਵਰੇਜ ਸਾਫ਼ ਕਰ ਦਿਓ, ਓਵਰਫਲੋ ਨਾ ਹੋ, ਲੋਕਾਂ ਦੇ ਘਰਾਂ 'ਚ ਪਾਣੀ ਨਾ ਵੜੇ, ਪਰ ਉਹੀ ਚੀਜ਼ਾਂ ਹੋ ਰਹੀਆਂ। ਰੋਡ ਗਲੀ ਦਾ ਬੜਾ ਵੱਡਾ ਯੋਗਦਾਨ ਹੈ, ਜੋ ਰੋਡ ਗਲੀਆਂ ਚੰਗਾ ਸਾਫ਼ ਨਹੀਂ ਹੁੰਦਾ। ਅਸੀਂ ਕਹਿੰਦੇ ਕਿ ਇਹਨਾਂ ਨੂੰ ਮਰ ਜਾਂਦੇ ਨਹੀਂ, ਰੋਡ ਗਲੀ ਸਾਰੇ ਸ਼ਹਿਰ ਦੇ ਸਾਫ਼ ਕਹਿਣਾ ਮੈਨੂੰ ਧਿਆਨ ਨਹੀਂ। ਮੀਟਿੰਗ ਦੇ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਹੈ ਪਹਿਲਾਂ ਈਓ ਸਾਹਿਬ ਐਮਐਲਏ ਸਾਹਿਬ ਨੇ ਆਪਣੇ ਰੋਡ ਗਲੀਆਂ ਬਰਸਾਤਾਂ ਤੋਂ ਪਹਿਲੇ ਸਫਾਈ ਮੈਂ ਸਮਝਦਾ, ਮੈਂ ਤਾਂ ਬਰਸਾਤਾਂ ਤੋਂ ਬਾਅਦ ਆਇਆ ਨਾ। ਅਸੀਂ ਕਮੇਟੀ ਦੀ ਗੱਲ ਕਰ ਰਹੇ ਹਾਂ। ਇਹ ਸਭ ਹੁਣ ਦਾ ਕੀ ਹੈ? ਲੇਕਿਨ ਮੈਡਮ ਮੇਰੀ ਪਰਸਨਲ ਬੇਨਤੀ ਹੈ ਤੁਹਾਨੂੰ, ਐਕਚੁਅਲੀ ਮੈਡਮ ਬੇਨਤੀ ਹੈ ਤੁਹਾਨੂੰ ਮੇਰੀ, ਕਿ ਮੇਰੇ ਵਾਰਡ ਦਾ ਟੈਂਡਰ ਸੀਗੀ, ਟੋਪੀ ਦਾ ਟੈਂਡਰ ਸੀਗੀ ਮੇਰਾ 50 ਲੱਖ ਰੁਪਏ ਦਾ ਜੀ, ਉਹਨੂੰ 6 ਮਹੀਨੇ ਹੋ ਗਏ ਅੱਜ, ਕੰਮ ਹੀ ਨਹੀਂ ਸ਼ੁਰੂ ਹੋ ਰਿਹਾ ਉੱਥੇ। ਤਾਂ ਪਲੀਜ਼ ਤੁਹਾਨੂੰ ਬੇਨਤੀ ਹੈ ਮੇਰਾ ਕੰਮ ਸ਼ੁਰੂ ਕਰਾਓ ਪਲੀਜ਼। ਪਿਛਲੇ ਪ੍ਰਧਾਨ ਜੀ ਨੂੰ ਪਤਾ ਟੈਂਡਰ ਲਏ ਹੋਏ ਇਹਦਾ ਕੰਮ ਹੋ ਰਿਹਾ। ਉਹ ਸਰ ਜਿਹੜੇ ਠੇਕੇਦਾਰ ਨੇ ਟੈਂਡਰ ਲਿਆ ਨਾ ਜੀ, ਉਹ ਕਰਨਾ ਦੀ ਇਛੁਕ ਨਹੀਂ। ਬਾਰ-ਬਾਰ ਉਹਨੂੰ ਕਹਿ ਲਿਆ ਨਾ ਠੇਕੇਦਾਰ ਚੇਂਜ ਕਰੋ, ਜਿਹੜਾ ਨਹੀਂ ਕੰਮ ਕਰਦਾ ਚੇਂਜ ਕਰੋ। ਬਰਵਾਲੀ ਟੋਪੇ ਦਾ ਜੀ ਪੈਸੇ ਦਾ ਆਪਾਂ ਕਿਹੜਾ ਉਹ ਰਿਸ਼ਤੇਦਾਰੀ ਮੈਡਮ ਬਿਊਟੀਫਾਈ ਕਰਨ ਦਾ ਟੈਂਡਰ ਹੈ ਜੀ, 50 ਲੱਖ ਦਾ ਟੈਂਡਰ ਸੀ ਉਹ, ਤਾਂ ਹੁਣ ਤੱਕ ਠੇਕੇਦਾਰ ਨੇ ਕੋਈ ਕੰਮ ਨਹੀਂ ਕੀਤਾ। ਪ੍ਰਧਾਨ ਜੀ ਨੇ ਜਵਾਬ ਦਿੱਤਾ ਵੀ ਠੇਕੇਦਾਰ ਕੰਮ ਕਰਨ 'ਚ ਇੰਟਰਸਟਡ ਨਹੀਂ ਹੈ। ਨਾ ਤਾਂ ਠੇਕੇਦਾਰ ਸਾਡਾ ਰਿਸ਼ਤੇਦਾਰ ਹੈ, ਨਾ ਅਸੀਂ ਕਮਿਸ਼ਨ ਮੰਗਦੇ ਹਾਂ, ਤੇ ਨਵਾਂ ਠੇਕੇਦਾਰ ਸਾਰੀ ਕਿਵੇਂ ਦੀ ਬੇਨਤੀ ਹੈ ਮੈਡਮ ਮੇਰੀ ਬੇਨਤੀ ਹੈ ਇੱਕ ਨਜਾਇਜ਼ ਕੰਮ ਤੁਸੀਂ ਦੇਖੋ ਜਾ ਕੇ ਸਰ, ਕਿਹੜਾ ਏਰੀਆ ਕਿਹੜਾ ਟੋਪਾ ਹੀ ਹੈ ਬਰਵਾਲੀ, ਟੋਪੇ ਦੇ ਨਾਲ ਜੀ। ਬਾੜੀ ਦੀ ਕੰਪੇਟ ਵੀ ਆਉਂਦੀ ਹਾਂਜੀ ਇਹ ਸਭ ਤੁਹਾਨੂੰ ਬੇਨਤੀ ਹੈ, ਇਹਨੇ ਜਿਹੜਾ ਦੱਬੀ ਹੋਈ ਹੈ ਤੁਸੀਂ ਦੇਖੋ ਵਿੱਚ ਮੇਰੀ ਕੋਈ ਗਵਰਨਮੈਂਟ ਅੱਜ ਉਹ ਢਾਇਆ ਹੋਇਆ ਦੱਸਣੀ ਹਾਊਸ ਕੰਮ ਜੋ ਨਾ ਕਰਨਾ ਤੁਹਾਡੇ ਪੈਦਾ ਨਾ ਕਰਦੇ ਤੇ ਮੇਰੇ ਅੱਜ ਦਾ ਮੇਰੀ ਬਾਤ ਤਸਦੀਕ ਪਈਏਗਾ ਮੈਂ ਅਸਲੀਅਤ ਕਹਿੰਦੀ ਹਾਂ ਬਿਲਕੁਲ ਕਿਸੇ ਨੂੰ ਬਲੇਮ ਦੇਣ ਤੋਂ ਪਹਿਲਾਂ ਐਮਸੀ ਦੀ ਜ਼ਿੰਮੇਵਾਰੀ ਐਮਸੀ ਰੋਕੇ ਜੇ ਬਾਤ ਹੋ ਰਿਹਾ ਐਮਸੀ ਦਾ ਫਰਜ਼ ਬਣਦਾ ਹੈ ਐਮਸੀ ਲੈ ਕੇ ਰੋਕੇ ਬਿਲਕੁਲ ਸਹੀ ਗੱਲ ਹੈ। मेरी बात ही पहले 6 इंच पाइप वाले में चुकते थे 8 इंच पाइप पै ने और बिल्कुल प्रोसीजर सीवरेज पई है हुण जो सीवरेज प्रोसीजर के नाल पै गई ते हुण एक गल भी ठेकेदार ने लास्ट जाकर करोड़ डिब्बे नहीं भरे ਉਹਦੇ ਕਰਕੇ ਚੱਕਰ ਹੋ ਗਿਆ ਤੇ 8-9 ਪਿੰਡ ਦੇ ਵਿੱਚ ਇੱਕ ਵਾਰ ਤਾਂ ਮੀਟਿੰਗ ਹੋਣੀ ਚਾਹੀਦੀ ਹੈ, ਤਾਂ ਹੀ ਪਤਾ ਲੱਗੇਗਾ ਕਿ ਉਹਨਾਂ ਨੂੰ ਕੌਣ ਢਾਈ ਮਹੀਨੇ ਬਾਅਦ ਆਏ ਮੀਟਿੰਗ ਪ੍ਰਧਾਨ ਜੀ ਮੇਰੇ ਵਾਰਡ 'ਚ ਜਾ ਕੇ ਦੇਖ ਲਓ, ਬਰਸਾਤ ਪਈ ਨੂੰ ਕਿੰਨੇ ਦਿਨ ਹੋ ਗਏ, ਸਾਰਾ ਸੀਵਰੇਜ ਓਵਰਫਲੋ ਹੋਇਆ ਪਿਆ, ਲੋਕ ਨਿਕਲਣ ਤੋਂ ਪਰੇਸ਼ਾਨ ਆ। ਉਧਰ ਪੁਲਾਂ ਵਾਲੇ ਪੁਲ ਬੰਦ ਕਰਤੇ ਆ, ਅਸੀਂ ਕਿੱਥੇ ਕੋ ਜਾਈਏ? अपने दफ्तर काम कर रहे दो कर्मचारी श्री अनिल कुमार भूमि साहब ਅਤੇ श्री सुंदर ਸਿੰਘ ਜੁਟਾ ਨੇ ਵਿਦੇਸ਼ ਜਾਣਾ ਹੈ, ਐਕਸੀਡੈਂਟ ਜਾਂ ਲੀਵ ਤੇ ਆਈਟਮ ਨੰਬਰ 4 श्री कुलजीत सिंह सफाई सेवक ओएस कैटेगरी की बदली नगर कौंसिल नगर कौंसिल ਇਹ ਡਾਇਰੈਕਟਰ ਸਾਹਿਬ ਨੇ ਇੱਕ ਸਨਦ ਵੀ ਕਰਮਚਾਰੀ ਦੀ ਸਫਾਈ ਸੇਵਕ ਉਹਦੀ ਟ੍ਰਾਂਸਫਰ ਸਫਾਈ ਸੇਵਕ ਦੀ ਟ੍ਰਾਂਸਫਰ ਡਾਇਰੈਕਟਰ ਸਾਹਿਬ ਨੇ ਆਈਟਮ ਨੰਬਰ 5 ਜਾਨਵਰਾਂ ਦੀ ਦੇਖਭਾਲ ਦੇ ਸਾਰੇ ਲਈ ਫੰਡ ਦੇ ਵਾਲੇ ਮੇਰੀ ਬੇਨਤੀ ਹੈ ਜਿਹੜਾ 50,000 ਰੁਪਏ ਚਲੋ ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਗਊਸ਼ਾਲਾ ਨੂੰ, ਲੇਕਿਨ ਇਹ ਪਤਾ ਕੀ ਕਰਦੇ ਨੇ ਗਊਸ਼ਾਲਾ ਵਾਲੇ, ਇਹ ਹਮੇਸ਼ਾ ਜਿਹੜੀ ਮਤਲਬ ਗਊ ਦੁੱਧ ਦੇਊਗੀ ਉਹਨੂੰ ਹੀ ਫੜਦੇ ਨੇ, ਜਿਹੜੇ 60 ਰੁਪਏ ਇਹ ਗਊਸ਼ਾਲਾ ਇਹ ਜਿਹੜੇ ਜੱਟ ਦੀ ਕਮਾਈ ਨਿਰਭਰ ਕਰਦੇ ਆ, ਇਹ ਉਹ ਗਊਸ਼ਾਲਾ ਨਹੀਂ ਜਾਂਦਾ ਹੈ। ਟ੍ਰੀਟਮੈਂਟ ਵਾਲੇ ਪੰਜਾਬ ਵਾਲਾ ਨਹੀਂ ਗਿਆ, ਤੁਸੀਂ ਜੋ ਆਓ ਫੈਸਲਾ ਕਰਦਾ ਹੈ ਵਾਸਤੇ 10 ਦਿਨਾਂ 20 ਦਿਨਾਂ 30 ਦਿਨਾਂ ਠੀਕ ਹੈ ਨਾ। ਉਹ ਜਿਹੜਾ ਉਹ ਮੇਰੇ ਕੋਲੇ ਵੀ ਆਏ ਸੀ ਕਿ ਜਿਹੜੀਆਂ ਗਊਆਂ ਤੋਂ ਜ਼ਖਮੀ ਹੁੰਦੀਆਂ ਕੋਈ ਤਾਂ ਜਾਨਵਰ ਉਹਨਾਂ ਵਾਸਤੇ ਉਹਨਾਂ ਦਾ ਟ੍ਰੀਟਮੈਂਟ ਹਾਂ, ਇਹ ਠੀਕ ਹੈ ਮੈਡਮ, ਇਹ ਸਾਨੂੰ ਨਹੀਂ ਮੈਂ ਇੱਕ ਗੱਲ ਕਹੀ ਸੀ ਵੀ ਜੇ ਤੁਸੀਂ ਕੋਈ ਟ੍ਰੀਟਮੈਂਟ ਕਰਵਾਉਣਾ ਹੈ,
ਜੇ ਤੁਸੀਂ ਕਮੇਟੀ 'ਚ ਉਹਦਾ ਬਿੱਲ ਜਮ੍ਹਾਂ ਕਰਵਾਓਗੇ ਤਾਂ ਤੁਹਾਨੂੰ ਪੈਸਾ ਰਿਲੀਜ਼ ਹੋਊਗਾ ਨਹੀਂ ਹੋਊਗਾ। ਇਹ ਜ਼ਰੂਰੀ ਹੋਣਾ ਸਾਨੂੰ ਸਾਰਾ ਕੰਮ ਕਲੀਅਰ ਚਾਹੀਦਾ ਹੈ। ਮੈਡਮ ਜੇ ਬਿੱਲ ਆਊਗਾ ਤਾਂ ਕੰਮ ਹੋਊਗਾ, ਜੇ ਬਿੱਲ ਨਾ ਆਊਗਾ ਮੈਡਮ ਤਲੇ ਮੈਂ ਇੱਕ ਹੀ ਗੱਲ ਐਡ ਕਰਦਾ ਮੇਰੀ ਇੱਕ ਬੇਨਤੀ ਹੈ ਮੈਡਮ ਨੂੰ ਬੋਲ ਲੈਣ ਦਿਓ। ਗਊਸ਼ਾਲਾ ਨੂੰ ਦਿੰਦੀ ਹੈ ਜੋ ਆਪਾਂ ਗਊਸ਼ਾਲਾ ਬੰਦ ਅੱਜ ਤੱਕ ਪ੍ਰੈਸੀਡੈਂਟ ਲਿਖੀ ਕਿਹੜੇ ਵਾਰ ਨੂੰ ਤੁਸੀਂ ਕਰਦੇ ਹੋ ਐਮਸੀ ਕਿਹੜੇ ਵਾਰ ਮੈਡਮ ਮੈਂ ਹੱਥ ਜੋੜ ਕੇ ਬੇਨਤੀ ਕਰਕੇ ਪ੍ਰਧਾਨ ਜੀ, ਦਵਾਈ ਵੀ ਸੈਂਟਰ ਤੁਹਾਡੇ ਨੂੰ 50 ਵਾਰੀ ਫੋਨ ਕਰਕੇ 2 ਵਾਰੀ ਸਕੂਟਰ ਤੇ 1 ਟਰਮੀ ਵਾਲਾ ਜਾਂ 2 ਟਰਮੀਆਂ ਵਾਲਾ ਪੂਰੇ ਵਾਰਡ ਦੇ ਅੰਦਰ ਕੋਈ ਨਹਿਰ ਨਹੀਂ ਬਣਾਉਣਾ ਮੇਰੇ ਘਰ ਜਾਂਦਾ ਅੱਜ ਤੱਕ ਮੇਰੀ ਵਾਰਡ ਦੀ ਮੀਟਿੰਗ 1.5 ਸਾਲ ਹੋ ਗਿਆ ਪ੍ਰਧਾਨ ਜੀ ਕਹਿੰਦੇ ਜੀ ਭੈਣ ਜੀ ਤੁਸੀਂ ਇਹਨਾਂ ਝੂਠ ਬੋਲਦੇ ਹੋ ਮੈਂ ਸਾਰੀ ਵਾਰਡ ਇਕੱਠੀ ਕਰਕੇ ਤੁਹਾਨੂੰ ਸਾਹਮਣੇ ਕਰਾਂਗਾ ਮੈਂ ਤਾਂ ਅੱਜ ਹੀ ਬੁਲਾ ਲਓ ਚਲੋ ਮੇਰੀ ਗੱਲ ਸੁਣੋ ਹੁਣ ਬੇਨਤੀ ਹੈ ਵੀ ਆਪੋ ਸੁਧਾਰ ਕਰ ਅੱਗੋਂ ਇਹ ਕਹਿ ਦਿੱਤਾ ਗਿਆ ਵੀ ਜਿਹੜੇ ਵਾਰਡ 'ਚ ਦਵਾਈ ਛਿੜਕਣੀ ਹੈ ਉਹਦੇ ਐਮਸੀ ਸਾਹਿਬ ਦੇ ਸਾਈਨ ਹੋ ਗਏ। ਹਾਂ ਜੀ, ਠੀਕ ਹੈ ਜੀ। ਇਹ ਜਾ ਰਹੀ ਹੈ। ਬਸ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ। ਸਾਹਮਣੇ ਦਵਾਈ ਛਿੜਕੀ ਜਾਊਗੀ ਉਹ ਤੁਹਾਨੂੰ ਪਤਾ ਹੋਊਗਾ ਕਿ ਸਾਡੇ ਵਾਰਡ 'ਚ ਦਵਾਈ ਛਿੜਕੀ ਹੈ। 5 ਮੈਂਬਰੀ ਕਮੇਟੀ ਨੂੰ ਬਣਾਓ ਜਿਹੜੇ ਦਵਾਈਆਂ ਖਰੀਦਦੇ ਨੇ ਇਹਦਾ ਚੁੱਕ ਕੇ ਭੇਜਿਆ, ਤੁਹਾਨੂੰ ਇਹ ਪਤਾ ਲੱਗਿਆ ਵੀ ਤੁਹਾਡੇ ਨੁਮਾਇੰਦੇ ਨੇ ਵਿਧਾਨ ਸਭਾ 'ਚ ਕੁਝ ਬੋਲਿਆ ਕਿ ਸੌਂਕੀ ਆ ਗਿਆ। ਉਸੇ ਹਿਸਾਬ ਨਾਲ ਲੋਕਾਂ ਦੀ ਇੱਕ ਡਿਮਾਂਡ ਹੈ ਕਿ ਜਦੋਂ ਵੀ ਇੱਥੇ ਹਾਊਸ ਦੀ ਮੀਟਿੰਗ ਹੋਵੇ ਉਹਨੂੰ ਲਾਈਵ ਚਲਾਇਆ ਜਾਵੇ, ਸਾਨੂੰ ਪਤਾ ਲੱਗੇ ਸਾਡਾ ਐਮਸੀ ਸਾਡਾ ਉੱਥੇ ਦੁੱਖ ਰੋ ਰਿਹਾ ਕਿ ਨਹੀਂ, ਜਾਂ ਸਾਡਾ ਐਮਸੀ ਸਾਨੂੰ ਕੁਝ ਕਹਿ ਰਿਹਾ ਉੱਥੇ ਕੁਝ ਕਹਿ ਰਿਹਾ। ਇਹ ਲਾਈਵ ਚਲਾਓ ਲਾਈਵ ਚਲਾਓ ਵੀ ਚਲਾਣਾ ਚਾਹੀਦਾ ਲਾਈਵ ਚਲਾਉਣ ਤੋਂ ਕੋਈ ਲਾਈਵ ਪ੍ਰੋਬਲਮ ਇੱਕ ਮਿੰਟ ਸਾਡੀ ਹੋਰ ਬੇਨਤੀ ਹੈ ਲਾਈਵ 'ਚ ਇੱਕ ਮਰਿਆਦਾ ਰੱਖਣੀ ਪਊ। ਇਹ ਨਹੀਂ ਕਿ ਆਪਾਂ ਆਪਸ 'ਚ ਤੂੰ ਮੈਂ ਕਰੀ ਜਾਈਏ। ਵਾਰੀ ਉੱਠ ਕੇ ਪ੍ਰਧਾਨ ਜੀ ਬੈਠੇ ਵਾਰੀ ਸਰ ਇਹਨੂੰ ਟਾਈਮ ਮਿਲਣਾ ਚਾਹੀਦਾ। ਆਪਦੀ ਪ੍ਰੋਬਲਮ ਆਪਾਂ ਵਾਰੀ ਦੱਸਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਾਡਾ ਨੁਮਾਇੰਦਾ ਉੱਥੇ ਬੋਲ ਰਿਹਾ ਹੈ ਤਾਂ ਕੰਮ ਨਹੀਂ ਹੋ ਰਿਹਾ, ਤਾਂ ਆਫੀਸਰ ਦੀ ਕਮੀ ਹੈ, ਸਾਡੇ ਨੁਮਾਇੰਦੇ ਦੀ ਕਮੀ ਬਿਲਕੁਲ ਜੀ ਬਿਲਕੁਲ ਮਾੜਾ ਮੋਟਾ ਤਾਂ ਲੋਕ ਸਭਾ ਵਿੱਚ ਬੋਲੀ ਇਹ ਸਾਡੇ ਫੇਵਰ ਦੀ ਗੱਲ ਹੈ ਮੈਡਮ ਇਹ ਤਾਂ ਸਾਡੇ ਠੀਕ ਹੈ ਥੈਂਕ ਯੂ। ਇਲਾਜ ਵਾਸਤੇ ਪੈਸਾ ਜਿਹੜੇ ਹੁਣ ਤੁਸੀਂ ਰਾਇ ਦਿੱਤੀ ਹੈ ਵੀ ਇਹ 5 ਮੈਂਬਰੀ ਕਮੇਟੀ ਬਣਾਈ ਜਾਵੇ, ਠੀਕ ਹੈ ਜੀ। ਜਿਹੜੇ ਮੈਂਬਰ ਇਹਦੇ ਵਿੱਚ ਆਪਣਾ ਨਾਂ ਲਿਖਾਉਣਾ ਚਾਹੁੰਦੇ ਆ ਉਹ ਵਲੰਟਰੀ ਆਪਣਾ ਹੱਥ ਖੜਾ ਕਰਕੇ ਉਹਨਾਂ ਨਾਲ ਜਿਹੜਾ ਕੋਈ ਕੰਮ ਕਰ ਸਕਦਾ ਹੈ ਇਹ ਦੇ ਦਿੱਤਾ ਮੈਡਮ ਜੀ ਤੇ ਬਣਾ ਦਿੰਦੇ ਆ ਜਿਹੜੇ ਇਹਨਾਂ ਨਹੀਂ ਮੈਡਮ ਦੀ ਨਹੀਂ, ਇਹ ਆਪਣੀ ਐਮਸੀ ਸਾਹਿਬਾਨ ਹੀ ਬਣਾਉਣਗੇ। ਇੱਕ ਮੇਰੀ ਬੇਨਤੀ ਹੋਰ ਹੈ, ਇੱਕ ਮਿੰਟ ਮੇਰੀ ਬੇਨਤੀ ਹੋਰ ਹੈ, ਆਪਾਂ ਗਊਸ਼ਾਲਾ ਨੂੰ ਵੀ ਕਮੇਟੀਆਂ ਵੱਲੋਂ ਪੈਸਾ ਭੇਜਦੇ ਆ। ਕਿਸੇ ਨੇ ਦੇਖਿਆ ਵੀ ਉੱਥੇ ਗਊਆਂ ਭੁੱਖੀਆਂ ਮਰ ਰਹੀਆਂ ਜਾਂ ਗਊਆਂ ਦੀ ਦੇਰ ਹੋ ਰਹੀ ਹੈ। ਇਹੀ ਗੱਲ ਕਰੀ ਸੀ ਪਹਿਲੇ ਇਹੀ ਗੱਲ ਕਰੀ ਸੀ। ਜਿਹੜੀ 5 ਮੈਂਬਰੀ ਕਮੇਟੀ ਬਣੂਗੀ ਉਹ ਜਿਹੜੀ ਆ 50,000 ਵਾਲੀ ਹੈਗੀ ਹੈ ਗੱਲ, ਇਹਦੀ ਵੀ ਨਿਗਰਾਨੀ ਰੱਖੂ। ਉਹ 5 ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਹੋਊਗੀ, ਉਹ ਗਊਸ਼ਾਲਾ ਵੀ ਚੈੱਕ ਕਰਨਗੇ ਵੀ ਗਊਸ਼ਾਲਾ 'ਚ ਜਿਹੜਾ ਪੈਸਾ ਜਾਂਦਾ ਹੈ ਉਹ ਗਊਆਂ ਨੂੰ ਹਰਾ ਪੈ ਰਿਹਾ ਚਾਰਾ ਪੈ ਰਿਹਾ ਕਿ ਨਹੀਂ। ਉਹ ਸਾਰੀਆਂ ਗਊਸ਼ਾਲਾ ਦੀ ਵੀ ਉਹ ਚੈਕਿੰਗ ਕਰਨਗੇ। 5 ਮੈਂਬਰੀ ਕਮੇਟੀ ਆਪਾਂ ਨਾਲ ਖਾਓ ਕਿਹੜਾ ਇਹ ਆਪਾਂ ਕਿਹਨੂੰ ਕਰਾਂਗੇ ਜੀ? ਸਮੱਸਿਆ ਬੜੀ ਆ ਰਹੀ ਹੈ, ਪੀਣ ਵਾਲਾ ਗੰਦਾ ਪਾਣੀ ਵੈਸੇ ਤਾਂ ਸਾਰੇ ਕਿਤੇ ਆ ਰਿਹਾ। ਉਹਦਾ ਐਸਟੀਮੇਟ ਬਣ ਚੁੱਕਿਆ ਹੈ, ਪੁਰਾਣੇ ਰਾਜਪੁਰੇ ਚੋਂ ਸ਼ੁਰੂ ਹੋਊਗਾ ਜਲਦੀ। ਪਾਈਪਲਾਈਨ ਪਊਗੀ ਨਵੀਂ, ਅਸੀਂ ਸਰਕਾਰ ਤੋਂ ਵੀ ਮਦਦ ਲਵਾਂਗੇ ਉਸ 'ਚ, ਤਾਂ ਕਿ ਜਿਹੜਾ ਪੁਰਾਣੇ ਰਾਜਪੁਰੇ 'ਚ ਪੀਣ ਵਾਲਾ ਪਾਣੀ ਘਰ ਗੰਦਾ ਹੀ ਪਾਣੀ ਜਾ ਰਿਹਾ ਹੈ। ਬਨਵਾਲੀ ਵੀ ਬੜਾ ਗੰਦਾ ਪਾਣੀ ਆ ਰਿਹਾ ਹੈ। ਮੈਂ ਕਹਿ ਰਹੀ ਹਾਂ, ਇੱਕ ਮਿੰਟ। ਜਦੋਂ ਵਾਰੀ ਕਰ ਆਪਾਂ ਉਹ ਨਹੀਂ ਕਰਨਾ ਨਾ ਵੀ ਸਾਰੇ ਪੱਟ ਕੇ ਰੱਖਦੀ ਜਿਵੇਂ ਪਹਿਲਾਂ ਪੱਟਿਆ ਪਿਆ। ਪੁਰਾਣੇ ਰਾਜਪੁਰੇ 'ਚ ਥੋੜੀ ਜਿਹੀ ਜ਼ਿਆਦਾ ਆ ਰਹੀ ਹੈ, ਤੁਹਾਡਾ ਐਸਟੀਮੇਟ ਬਣ ਚੁੱਕਿਆ ਹੈ, ਬਹੁਤ ਜਲਦੀ ਉੱਤੇ ਪਾਈਪਲਾਈਨ ਪੈਣੀ ਸ਼ੁਰੂ ਹੋ ਜੂ। ਮੈਂ ਇੱਕ ਰਿਕਵੈਸਟ ਸਾਰਿਆਂ ਨੂੰ ਪਹਿਲਾਂ ਕਰੂੰਗੀ, ਮਨਾਤੀ ਵੀ ਕਰਾਵਾਂਗੇ ਵੀ ਪਾਈਪਲਾਈਨ ਪੈ ਰਹੀ ਹੈ, ਜਿਹਨੇ ਕਨੈਕਸ਼ਨ ਲੈਣੇ ਹੈ ਲੀਗਲ ਕਨੈਕਸ਼ਨ ਲੈ ਲਓ, ਜਿਹਨੇ ਸੀਵਰੇਜ ਲੈਣੇ ਹੈ ਕਨੈਕਸ਼ਨ ਸੀਵਰੇਜ ਦੇ ਲੈ ਲਓ। ਪਰ ਜਦੋਂ ਉੱਥੇ ਸੜਕਾਂ ਬਣ ਗਈਆਂ ਫਿਰ ਜਿਹੜਾ ਸੜਕਾਂ ਪੱਟ ਕੇ ਕਨੈਕਸ਼ਨ ਲਊਗਾ ਉਹਨੂੰ ਜੁਰਮਾਨਾ ਲੱਗੂ। ਮੈਡਮ ਫੀਸ ਨਾਲ ਦੀ ਨਾਲ ਅਨਾਉਂਸ ਕਰਾ ਫੀਸ ਨਾਲ ਦੀ ਨਾਲ ਅਨਾਉਂਸ ਕਰਵਾ ਦਿਓ। ਇਹ ਨਹੀਂ ਕੱਲ ਨੂੰ ਸੜਕ ਬਣਾ ਕੇ ਅੱਜ ਬਾਹਰ ਨੈਕਸਟ ਟਾਈਮ ਬਣਾ ਦੂੰਗਾ। ਐਜੋ ਸਾਹਿਬ ਦੇ ਹਿਸਾਬ ਨਾਲ ਕਰਦੇ ਨੇ ਉਹ ਐਜੋ ਸਾਹਿਬ ਦੀ ਅੱਜ ਆਪਣੇ ਵੀ ਅੱਜ ਸਵਾ ਸਾਲ ਹੋ ਗਏ ਪ੍ਰੋਗਰਾਮ ਦੇ ਪਾਰ ਨਹੀਂ ਹੋਈ ਹੈ। ਅੱਜ ਸਵਾ ਸਾਲ ਹੋ ਗਏ ਤੁਸੀਂ ਨਾਮ ਕਮੀ ਦਾ ਪਾਰ ਬੱਚਿਆਂ ਦੀ ਜਾਨ ਨੂੰ ਚਾਹੀਏ ਇੰਨੀ ਔਖੀ ਸਬਜ਼ੀ ਵਿੱਚ ਡੁੱਬ ਕੇ ਬੱਚੇ ਮਰ ਜਾਂਦੇ ਫਿਰ ਤੁਸੀਂ ਇੱਕ ਲੈਣਾ ਉਸ ਦਾ ਬੱਚੇ 4 ਬਜ਼ੁਰਗਾਂ ਦੇ ਤਾਂ ਫ੍ਰੈਕਚਰ ਹੋ ਚੁੱਕੇ, ਉਹ ਵਿਚਾਰੇ ਆ ਕੇ ਸਾਨੂੰ ਹੀ ਗਾਲਾਂ ਕੱਢਦੇ, ਹੋਰ ਕਿਹਨੂੰ ਕੱਢਣਗੇ ਉਹ ਯਾਰ ਸਾਡੇ ਨਹੀਂ ਪੜਦੇ ਸਾਡੇ ਨਹੀਂ ਪੜਦੇ ਨਾ ਹੈ ਐਸੀ ਸਾਹਮਣੇ ਨਾ 6 ਮਹੀਨੇ ਹੋ ਗਏ ਸ਼ਕਲ ਹੀ ਢਾਈ ਮਹੀਨੇ ਬਾਅਦ 2.5 ਮਹੀਨੇ ਕਿਹੜਾ ਕਾਨੂੰਨ ਹੈ 2.5 ਮਹੀਨੇ
ਪਾਕਿਸਤਾਨ ਸਮਾਣੇ ਗਊਸ਼ਾਲਾ ਛੱਡ ਕੇ ਆਇਆ ਤੁਸੀਂ ਪਹਿਲਾਂ ਚਲੋ ਮੈਂ ਤੁਹਾਨੂੰ ਚੈੱਕ ਕਰਾ ਸਕਦਾ ਜਾ ਕੇ ਉੱਥੇ ਤੇ 110 ਗਊਆਂ ਪੁਰਾਣੇ ਰਾਜ ਵਿੱਚ ਗਊਸ਼ਾਲਾ ਭੇਜੀ ਸੀ। ਇੱਕ ਵਾਰੀ ਬਿਲਕੁਲ ਸ਼ਹਿਰ ਖਾਲੀ ਹੋ ਗਿਆ ਸੀ ਸਾਰੇ ਅਫਸਰ ਕੋਲ ਗੱਲ ਭੇਜਦੇ ਨਾ ਤਾਂ ਕੀ ਵੈਨ ਮੈਂ ਕਿਹਾ ਕੋਈ ਗੱਲ ਨਹੀਂ ਸਾਰੇ ਸ਼ਹਿਰ ਚ ਨਹੀਂ ਸਾਰੇ ਸ਼ਹਿਰ ਮੈਂ ਕੈਮਰੇ ਚੈੱਕ ਕਰਾ ਸਕਦਾ ਬਾਕੀ ਮੈਂ ਤੁਹਾਨੂੰ 3 ਦਿਨ ਤੋਂ ਫੋਨ ਕਰ ਰਿਹਾ ਸੀ ਮੇਰੀ ਗੱਲ ਤੋਂ ਇਕੱਠੇ ਖਬਰਾਂ ਚ ਗੱਲ ਮੇਰੀ ਗੱਲ ਤੋਂ ਤੁਸੀਂ ਕਿਹਾ ਗੱਡੀ ਵਿੱਚ ਕੀ ਮਿਲੇਗਾ ਕੀ ਕਰੋ ਸੋ ਫੋਨ ਕਰਕੇ ਨਹੀਂ ਜਿੰਨੇ ਮੇਰੀ ਗੱਲ ਤੋਂ ਪਤਾ ਨਹੀਂ ਹੈ ਇਤਨੀ ਵੋਟ ਜੋ ਗੱਲ ਉਹਨਾਂ ਨੇ ਚਲੋ ਫੋਨ ਹੁੰਦਾ ਇਹਦਾ ਕੰਮ ਦੋ ਨਹੀਂ ਹੁੰਦਾ ਅਸੀਂ ਵੋਟ ਕਰਾ ਸਕਦੇ ਜਦੋਂ ਵੀ ਚਲੇ ਜਾਓ 15 20 ਮੁਝੇ ਚਲਾਣੇ ਵਾਲੇ ਸ਼ਹਿਰ ਤੋਂ ਭੇਜ ਦੋ ਬੰਦੇ ਯਾਰ ਮੈਂ ਤਾਂ ਜਨਾਬ ਉਹੀ ਗੱਲ ਪਹਿਲਾਂ ਕਹਿ ਰਿਹਾ ਸੀ ਕਿ ਆਪਣੀ ਆਪਣੀ ਸਮੱਸਿਆ ਵਾਸਤੇ ਹੀ ਬੈਠੇ ਸਾਡਾ ਬਾਤ ਕੋਈ ਕੰਮ ਨਾ ਕਰਦੇ ਐਸਡੀ ਸਾਹਿਬ ਸੀਵਰੇਜ ਬੋਰਡ ਦੇ ਬਾਹਰ ਹੈ ਜੀ ਸਾਹਿਬ ਬੈਠੇ हैं पहले तो एमपी साहब ਨੂੰ ਬੁਲਾਓ ਉਹਨਾਂ ਨੂੰ ਬੁਲਾਓ ਪਹਿਲੇ ਉਹ ਮੀਟਿੰਗ ਦੀ ਸਾਹਿਬ ਮੈਂ ਕੀ ਕਹਿਣਾ ਮੈਂ ਸਾਥੀ ਨੂੰ ਕਹਿੰਦਾ ਸੀ ਮੈਂ ਕਿਹਾ ਮੇਰੇ ਕੰਮ ਨੂੰ ਕਰਦਾ ਕੋਈ ਕਰਦੇ ਕਹਿੰਦੇ ਕਿ ਐਮਐਲਏ ਸਾਹਿਬ ਨੂੰ ਮਿਲੋ ਹੁਣ ਐਮਐਲਏ ਸਾਹਿਬ ਮੈਂ ਵੀ ਪਾਰਟੀ ਛੱਡੋ ਮੈਂ ਕਿਹਾ ਇਹ ਕੰਮ ਨਹੀਂ ਹੋਏਗਾ ਮੇਰੇ ਤੁਹਾਡੇ ਹੁੰਦੇ ਮੈਂ ਦੱਸ ਰਿਹਾ ਤੁਹਾਨੂੰ ਮੇਰੀ ਗੱਲ ਤਾਂ ਸੁਣੋ ਤੁਸੀਂ ਕੰਮ ਕਰਾ ਰਹੇ ਹੋ ਸ਼ੁਰੂਆਤ ਕਰਾਤੇ ਸਾਡੇ ਕੰਮ ਲੇਕਿਨ ਇਹ ਫਰਕ ਕਿਸੇ ਨਾਲ ਨਾ ਰੱਖਿਓ ਜਿਹੜੇ ਕਹਿੰਦੇ ਸੀ ਨਾ ਵੀ ਪਹਿਲੇ ਐਮਐਲਏ ਸਾਹਿਬ ਨੂੰ ਮਿਲੋ ਫਿਰ ਤੁਹਾਡੇ ਕੰਮ ਹੋਣਗੇ ਹੋਰ ਵੀ ਸਭ ਤੋਂ ਵੱਧ ਬਾਅਦ ਕੰਮ ਹੋਏ ਪ੍ਰਧਾਨ ਜੀ ਮੈਂ ਝੂਠ ਨਹੀਂ ਬੋਲਦਾ ਜਦ ਵੀ ਕੰਮ ਚਾਲੂ ਹੋਏ ਆਪਣੇ ਆ ਦੇਖਣਾ ਇਹ ਇਹੋ ਸਭ ਗੱਲ ਸੁਣੋ ਸਾਡੇ ਕੋਲ ਪਹਿਲਾਂ ਵੀ ਰਹਿ ਕੇ ਤਾਂ ਗਿਆ ਹੀ ਨਹੀਂ ਪਤਾ ਨਹੀਂ ਪਰ ਹੁਣ ਦੱਸੋ ਕੀ ਤੁਸੀਂ ਉਹ ਮੋਟੇ ਚਲੇ ਜਾਓ ਪਟਵਰ 25 30 ਸਾਲ ਉੱਤੇ ਬੈਠੇ ਹੋ ਉਹ ਤੋਂ ਲੱਗਣਾ ਇਹਨਾਂ ਬੁਰਾ ਹਾਲ ਹੈ ਤੁਹਾਡੇ ਬੱਚੇ ਉੱਥੇ ਹਾਲ ਸੇ ਬਹੁਤ ਜ਼ਿਆਦਾ ਪਾਣੀ ਦੇ ਪੂਰੀ ਲਾਓ ਸਾਰੀ ਅਸਲੀ ਸੁਣਿਆ ਹੈ ਕਿ ਨਹੀਂ ਬਿਲਕੁਲ ਨਹੀਂ ਪਤਾ ਪਾਸ ਐਮਐਲਏ ਸਾਹਿਬ ਨੂੰ ਦੇ ਦਿਓ ਚਾਹੇ ਮੈਨੂੰ ਦੇ ਦਿਓ ਚਾਹੇ ਇਹ ਸਾਹਿਬ ਦੇ ਦਿਓ ਉਹਨੂੰ ਫਿਜ਼ੀਕਲੀ ਪ੍ਰੈਕਟੀਕਲੀ ਜਾ ਕੇ ਚੈੱਕ ਕਰਨਗੇ ਸਾਡੇ ਜੇਈ ਸਾਡੇ ਏਐਮਈ ਸਾਡੇ ਐਮਈ ਉਸ ਤੋਂ ਬਾਅਦ ਉਹਦਾ ਜਿਹੜਾ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਐਸਟੀਮੇਟ ਬਣਾਇਆ ਜਾਏ ਸਾਡਾ ਕੋਈ ਸਾਡਾ ਕਹਿੰਦਾ ਸਾਡਾ ਕੀ ਮਤਲਬ ਸਾਡਾ ਕੋਈ ਜਵਾਬ ਨਹੀਂ ਅੱਗੇ ਹੋ ਕੇ ਰੁਕ ਜਾਓ ਪਹਿਲਾਂ ਐਮਐਲਏ ਸਾਹਿਬ ਪਹਿਲਾਂ ਆਪਾਂ ਜਿੱਤੇ ਟਾਈਮ ਲਿਮਿਟ ਦੇ ਦਿਓ ਟਾਈਮ ਲਿਮਿਟ ਦੇ ਪਾਣੀ ਸਾਫ ਹੋ ਜਾਏਗਾ ਕੋਈ ਵੀ ਬਾਤ ਦੋ ਬਾਤਾਂ ਦੇ ਐਕਟਿਵ ਪਾਸ ਦੇ ਟੈਂਡਰ ਲੱਗੇ ਹੋਏ ਨੇ ਵਰਕਰ ਨੂੰ ਤੇ ਰਿਕਵੈਸਟ ਕਰਕੇ ਉਹ ਕੰਮ ਹੋਇਆ ਜਲਦੀ ਸ਼ੁਰੂ ਹੋ ਗਿਆ 26 ਨੰਬਰ ਮੇਰੇ ਕੋਲ ਵੀ 26 ਨੰਬਰ ਮਾਰਦੇ ਇੱਕ ਤੁਹਾਡੇ 26 ਨੰਬਰ ਮੀਟਿੰਗ ਸ਼ੁਰੂ ਕਰਨ ਦੀ ਗੱਲ ਕਰ ਰਹੇ ਸਾਡੇ ਵਾਰਡ ਦੇ ਹਾਲ ਦੇਖੋ ਸਿੰਪਲ ਕੋਈ ਮੀਟਿੰਗ ਆਣੀ ਸ਼ੁਰੂ ਹੋਏਗੀ ਪਹਿਲੇ ਸਾਡੀ ਪ੍ਰੋਬਲਮ ਸੋਲਵ ਇਸ ਤੋਂ ਬਾਅਦ ਪਾਣੀ ਜਿਹੜਾ ਗੰਦਾ ਆ ਰਿਹਾ ਕੁੜੀਆਂ ਚ ਅੱਜ ਕੱਲ੍ਹ ਨਹੀਂ ਆ ਰਿਹਾ 6 ਮਹੀਨੇ ਤੋਂ ਸਿਰ ਰਿਪੋਰਟ ਕਰ ਰਹੇ हैं ਉਹਦਾ ਕੀ ਐਕਸ਼ਨ ਲਿਆ ਤੁਹਾਨੂੰ ਦੱਸਿਆ ਜਾਵੇ ਅਸੀਂ ਵੀ ਇਹਨਾਂ ਨੂੰ ਪੁੱਛੋ ਦੱਸੇ ਨੇ ਸਿਰ ਰਿਪੋਰਟ ਵਾਲੇ ਸਿੰਗਲ ਹੈ ਕੀ ਕਰ ਰਹੇ ਐ ਨਾ ਕਰ ਅਸੀਂ ਮੰਗਣਾ ਅਸੀਂ ਨਵਾਂ ਮੇਨ ਪਰ ਐਸਡੀਓ ਆਏ ओपन बोलनी चाहिए सारे एमसीआर को पता होना चाहिए कि आज अड्डा रोड़ी की बोली है कोई भी बोली होवे मेरी बात सुनो कोई भी बोली होवे सारे एमसीआर वालों को पता चाहे बात की है चाहे अड्डा रोड़ी है चाहे कोई एक्टिविटी होना चाहिए सारे एमसीआर को पता होना चाहिए मैं मेरी गल सुनोगे मैक्सिमम समस्या मेरी वार्ड का राजपुरी सब तो ज्यादा बुरा गली नंबर 8 ਤੋਂ ਲੈ ਕੇ 18 ਤੱਕ ਪੂਰੀ ਸੜਕ ਭਈਆ ਤੋਂ ਪੁੱਛੋ ਟੁੱਟੀ ਹੋਈ ਹੈ ਤੁਸੀਂ ਇੱਕ ਹਫਤਾ ਉੱਥੇ ਰਹਿ ਕੇ ਦਿਖਾ ਦਿਓ ਮੈਂ ਮੰਨ ਜਾਗੀ ਇੱਕ ਹਫਤਾ ਉੱਥੇ ਰਹਿ ਜੋ ਨਾ ਉੱਥੇ ਪਾਣੀ ਆਂਦਾ ਇੱਕ ਪ੍ਰਧਾਨ ਮੇਰੇ ਵਾਰਡ ਦੇ ਜਿਹੜੇ ਪਾਰਟਨਰ ਸਟਾਫ ਨੇ ਟੈਂਡਰ ਹੋਏ ਨੂੰ 6 ਮਹੀਨੇ ਹੋ ਗਏ ਨੇ ਉਹ ਤੁਸੀਂ ਠੇਕੇਦਾਰ ਵਿੱਕੀ ਠੇਕੇਦਾਰ ਕੋਲ ਕੰਮ ਉਹਨੂੰ ਕੋ ਆਪਣੇ ਕੰਮ ਸ਼ੁਰੂ ਕਰੇ ਕਿਨ ਪਾਰਟਨਰ ਨੇ ਕੰਮ ਇਹਨੂੰ ਕੰਮ ਉਹਦੇ ਕੋਲ ਰਹੇ ਐਮਸੀ ਸਾਹਿਬ ਨੂੰ ਬੁਲਾ ਲੈਣਾ ਵਿੱਕੀ ਵੀ ਬਹੁਤ ਬੇਟਾ ਆਈ ਹੈ 11 ਕਰੋੜ ਕਿੱਥੇ ਲੱਗ ਗਿਆ ਨਹੀਂ ਕਿੰਨਾ ਆਇਆ ਸੀ ਫਿਰ ਜੇ ਉਹਦਾ ਹਿਸਾਬ ਹੈ ਅਸੀਂ ਸਾਨੂੰ ਦੱਸੋ ਨਾ 11 ਕਰੋੜ ਤੁਹਾਡੇ ਆਇਆ ਮੈਂ ਦੇਖੋ ਨਹੀਂ ਆਇਆ ਤਾਂ 11 ਕਰੋੜ ਕੀ एक जिम का एक एक्टिविटी का देखो क्या हो रहा है क्या सेक्टर देखो पता क्या है ਜਿਹੜੇ ਉਹਦਾ ਜਵਾਬ ਉਹ ਦੇਣ ਵਿੱਚ ਉੱਚਾ ਨਾ ਹੋਵੇ शिवरात्रि का
ਤੁਸੀਂ ਆਪਦਾ ਬੋਲੋ, ਤੁਸੀਂ ਉਹਨਾਂ ਨੂੰ ਕਰੋ। ਪ੍ਰਧਾਨ ਜੀ ਨੂੰ ਰਿਕੁਐਸਟ ਕੀਤੀ ਹਾਊਸ ਦੇ ਜਿਹੜੇ ਗੱਲ ਕਰੋ ਬਸ ਹਾਊਸ ਦੇ ਜਿਹੜੇ ਮੇਨ ਬੈਠੇ ਨੇ ਈਓ ਸਾਹਿਬ ਪ੍ਰਧਾਨ ਜੀ ਉਹਨਾਂ ਨੂੰ ਦੀ ਗੱਲ ਕਹੀ ਜਾਵੇ, ਨਾ ਕਿ ਜਿਹੜੇ ਨੂੰ ਕਹਿ ਕੇ ਬੋਲਿਆ ਜਾਵੇ। ਹਾਊਸ ਦੀ ਮਰਿਆਦਾ ਵੱਡੇ ਆ ਮੈਂ ਉਹ ਦੱਸ ਰਿਹਾ ਅੱਜ ਬਜ਼ੁਰਗਾਂ ਦੇ ਗੱਡੀਆਂ ਟੁੱਟੀਆਂ ਉਹ ਤਾਂ ਮੇਰੇ ਕਿਹਾ ਚਲੋ ਮੇਰੀ ਗੱਲ ਸੁਣੋ ਇੱਕ ਮਿੰਟ ਕਰਨੇ ਆ। ਸਾਡੇ ਕੋਲੇ ਵੀ ਕੰਪਲੇਂਟਾਂ ਆਉਂਦੀਆਂ, ਚਿੱਠੀਆਂ ਆਉਂਦੀਆਂ, ਅਸੀਂ ਈਓ ਸਾਹਿਬ ਨੂੰ ਕਮੇਟੀ 'ਚ ਭੇਜ ਦਿੰਦੇ ਆ ਜੀ, ਆ ਆਈਆਂ ਇਹਨਾਂ ਦਾ ਤੁਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਓ। ਅਕੋਰਡਿੰਗ ਟੂ ਲਾਅ ਜਿਹੜਾ ਸਿਸਟਮ ਹੈ ਉਹ ਈਓ ਸਾਹਿਬ ਨੇ ਦੇਖਣਾ ਵੀ ਭਾਈ ਆਹ ਕੰਮ ਸਹੀ ਹੈ, ਆਹ ਗਲਤ ਹੈ, ਉਹ ਇਹਨਾਂ ਨੇ ਕਰਵਾਉਣਾ। ਇਸ ਕਰਕੇ ਤੁਹਾਨੂੰ ਬੇਨਤੀ ਹੈ, ਕੋਈ ਵੀ ਕੰਮ ਹੈ ਈਓ ਸਾਹਿਬ ਨੂੰ ਕਹੋ, ਪ੍ਰਧਾਨ ਜੀ ਨੂੰ ਕਹੋ, ਨਹੀਂ ਸੁਣਦੇ ਫਿਰ ਮੈਨੂੰ ਦੱਸੋ। ਮੈਡਮ ਵੀ ਛੋਟੀ ਜਿਹੀ ਬੇਨਤੀ ਹੈ ਕਦੀ ਵੀ ਸਾਡਾ ਇਤਰਾਜ਼ ਦਰਜ ਨਹੀਂ ਹੋਇਆ ਜੀ ਹਮੇਸ਼ਾ ਪਹਿਲਾਂ ਅਸੀਂ ਐਮਸੀ ਰਹੇ ਹਾਂ, ਸਾਨੂੰ ਪਤਾ ਪਹਿਲਾਂ ਵੀ ਅਸੀਂ ਦੇਖਿਆ ਜੋ ਕੋਈ ਇਤਰਾਜ਼ ਹੁੰਦਾ ਹੈ ਐਮਸੀ ਉਹਦਾ ਬਕਾਇਦਾ ਪ੍ਰੋਸੀਡਿੰਗ ਹੁੰਦਾ ਹੈ। ਅੱਜ ਤੱਕ ਇਹਨਾਂ ਨੂੰ ਪੁੱਛਿਆ, ਇਹਨਾਂ ਰਜਿਸਟਰ ਵੀ ਨਹੀਂ ਕਦੀ ਚੁੱਕਿਆ। ਸਾਡੇ ਤੋਂ ਬਾਅਦ ਇਤਰਾਜ਼ ਨਹੀਂ ਆਉਂਦੇ, ਜਿਹੜਾ ਅਸੀਂ ਇਤਰਾਜ਼ ਲਾਣਾ ਉਹਨਾਂ ਦਰਜ ਕਿਉਂ ਨਹੀਂ ਕਰਦੇ? ਪੈਸੇ ਦਰਸ਼ਨ ਕਰਾ ਦਿਓ। ਨਹੀਂ ਮੈਂ ਦਿਖਾ ਦੇਣਾ ਮਸ਼ੀਨ ਖੜੀਆਂ ਇੱਕ ਰਿਪੇਅਰ ਕਰੀ ਤੇ ਜਿਹੜੀ ਖਰਾਬ ਹੋਈ ਤੁਸੀਂ ਪੈਨਲ ਤੇ ਰਿਪੇਅਰ ਹੋਣ ਵਾਲੀ ਸੀ ਉਹਦੇ ਕੋਲ ਕੋਈ ਆਵੇ ਨੰਬਰ ਹੁੰਦੀ ਉਹ ਨਹੀਂ ਉਹ ਤੇਲ ਨੂੰ ਹੁੰਦਾ ਉਹਦੇ ਕੋਲ ਕਿਉਂ ਤੇਲ ਨਹੀਂ ਬੰਦਾ ਅਸੀਂ ਦਸ ਪ੍ਰੋਡਕਟ ਦੇ ਕਿੱਥੇ ਲੱਗਿਆ ਥੋੜਾ ਬ੍ਰਸ਼ ਵਾਸਤੇ ਪੈਸੇ ਦੇ ਦੇਣਾ ਬੜੇ ਅਸੀਂ ਰੇਟ ਵਾਸਤੇ ਦਿਆ ਕਰਾਂਗੇ। ਅਸੀਂ ਇਹ ਮਸ਼ੀਨ ਚਲਾਓ, ਮੈਂ ਲੈ ਕੇ ਆਉਂਦੇ ਆ, ਮੈਂ ਕਮੇਟੀ 'ਚ ਦੇ ਰਹੀ ਹਾਂ ਬਸ। ਨਿੱਕੀ ਨਾਲ ਸਾਡੀ ਗੱਲ ਹੁੰਦੀ ਹੈ ਕੰਪਲੇਨ ਹੈ ਕਈ ਵਾਰ ਪੇਮੈਂਟ ਨੂੰ ਹੱਟੀ ਹੁੰਦੀ ਹੈ ਚੱਕਰ ਹੈ ਬਾਕੀ ਇੱਕ ਵਾਰ ਕੋਈ ਆਰਡਰ ਦੇ ਕੋਈ ਕੰਮ ਨਹੀਂ ਹੋਇਆ ਫਿਰ ਅਸੀਂ ਉਹਨੂੰ ਪੁੱਛਾਂਗੇ ਪਾਰਟਨਰ ਦਾ ਕੰਮ ਸ਼ੁਰੂ ਕਰਾਇਆ ਉਹਨਾਂ ਦੇ ਰਿਪੋਰਟ ਤਾਂ ਹਰ ਇੱਕ ਨੂੰ ਖਰਚੇ ਨੂੰ ਮਿਲੇਗੀ ਉਹ ਉਹਨਾਂ ਨੂੰ ਖਰਚੇ ਮਿਲੇਗੀ ਪਰ ਹਾਇਰ ਕਰਨ ਦਾ ਖਰਚਾ ਅੱਡ ਹੋਊਗਾ ਜੀ ਇਹ ਆਰਗੂਮੈਂਟ ਦਾ ਖਰਚਾ ਨਹੀਂ ਡੀਪੀਆਰ ਤਿਆਰ ਹੋਊਗੀ ਨਾ ਜਗ੍ਹਾ ਚੈੱਕ ਕਰੇਗਾ ਜੀ ਪੈਸੇ ਦੇਗਾ ਉਹ ਵੀ ਸੰਵਿਧਾਨ ਦੇ ਮੈਂ ਹੈਰਾਨ ਹੈਗਾ ਕਿ ਈਓ ਸਾਹਿਬ ਨੇ ਇਸ ਤਰ੍ਹਾਂ ਮੈਂ ਸੋਚਿਆ ਮੈਂ ਤੁਹਾਨੂੰ ਫੋਨ ਕਰਕੇ ਨੰਬਰ ਲੈ ਲਵਾਂਗਾ ਤੁਸੀਂ ਕਿਵੇਂ ਕਹਿੰਦੇ ਸੰਭਾਲ ਦਿਓ। ਇਹਦਾ ਬੁਰਾ ਹਾਲ ਹੈ 5-7 ਸਾਲ 4-5 ਗਾਵਾਂ ਕਦੀ ਵੀ ਤੁਸੀਂ ਚੈੱਕ ਕਰ ਲਓ ਤੇ ਖੇੜੇ ਵਾਲੇ ਚੌਂਕ ਤੇ ਕੋਈ ਨਾ ਕੋਈ ਹਾਦਸਾ ਪੈਸੇ ਤਾਂ ਹੋ ਗਿਆ 2 ਦਿਨ ਤਾਂ ਹੋ ਗਏ ਨੇ ਹੁਣ ਕੋਈ ਨਾ ਕੋਈ ਵੱਡਾ ਹਾਦਸਾ ਹੋਣਾ ਉਹਦਾ ਜ਼ਰੂਰ ਮੇਨ ਚੌਂਕ ਹੈ ਜੀ ਉਹ। चौथे दिन फिर खराब है एमसी भी परेशान है के साहब भी परेशान है जेई साहब ने तो ठेकेदार की ड्यूटी है अगर एमसी जो पागल हो जाता है तो सुन और एक कितना ਕੋਈ ਵੀ ਕਿਸੇ ਕੱਟ ਦੇ ਉੱਤੇ ਜਾ ਕੇ ਤੁਸੀਂ ਦੇਖ ਲਓ ਜੇ ਕਿਤੇ ਮੈਂ ਉਹੀ ਕਹਿ ਰਹੀ ਹਾਂ, ਆਪਾਂ ਦੀ ਇਹ ਆਪਣੇ ਲਈ ਖੁਸ਼ਖਬਰੀ ਹੈ ਵੀ ਪੁਰਾਣੇ ਰਾਜਪੁਰੇ 'ਚ नहीं बढ़िया गल ਪਾਣੀ ਦੀ ਪਾਈਪਲਾਈਨ ਚੱਲ ਰਹੀ ਹੈ ਤਾਂ ਕਿ ਗੰਦੇ ਪਾਣੀ ਤੋਂ ਆਪਾਂ ਬਚ ਸਕੀਏ। ਇੱਕ ਇੱਕ ਕਰਕੇ ਸਾਰੇ ਕੰਮ ਸਾਡੇ ਕੰਮ ਪਾਸ ਹੋਏ ਗਏ ਆ ਵੀ ਸਾਡੇ ਚੱਲ ਪਏ ਮੇਰੇ ਸ਼ੁਰੂ ਤੋਂ ਬਹੁਤ ਪੈਸਾ ਦੇ ਚੱਲ ਜਾਣਗੀਆਂ, ਮੇਰੀਆਂ ਚੱਲ ਜਾਣਗੀਆਂ, 3 ਦਿਨਾਂ ਬਾਅਦ ਮੇਰੇ ਘਰ ਦੇ ਬਾਹਰ ਲੱਗ ਜਾਣਗੀਆਂ। ਕਿਸ਼ੋਰ ਵਾਲੇ ਦੇ ਸਾਹਮਣੇ ਲਾਈਟ ਕੀ ਬਾਤ ਸੀ ਬਾਕੀ ਸਾਰੇ ਇਹ ਕਹਿੰਦੇ ਜੀ ਉਹਦਾ ਤੁਸੀਂ ਐਸਟੀਮੇਟ ਬਣਵਾਓ ਐਸਟੀਮੇਟ ਬਣਵਾ ਕੇ ਫਿਰ ਅਸੀਂ ਸ਼ੁਰੂ ਕਰਾਂਗੇ। ਮੈਨੂੰ ਐਮਐਲਏ ਚੁਣਿਆ, ਜੇ ਮੈਂ ਕਹਿਣਾ ਜੀ ਮੇਰੀ ਤਾਂ ਕੋਈ ਅਫਸਰ ਚੁਣਦਾ ਹੀ ਨਹੀਂ, ਸੁਣਦਾ ਹੀ ਨਹੀਂ, ਫਿਰ ਮੈਂ ਕਿਹੜਾ ਮਾਰ ਕੇ ਆਉਂਦਾ। ਜਿੱਥੇ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਉੱਥੇ ਜਲਦੀ ਸ਼ੁਰੂ ਕਰਵਾ ਦਿੰਦਾ।
ਸਾਰੇ ਕੰਮ ਸ਼ੁਰੂ ਕਰਵਾ ਰਹੇ ਹਾਂ ਠੀਕ ਕਰਿਆ ਜਾ ਸਕਦਾ ਰਿਪੇਅਰ ਕਰਿਆ ਜਾ ਸਕਦਾ ਸਾਰੇ ਹਾਊਸ ਵੱਲੋਂ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਕਰਦਾ ਕਿ ਅਸੀਂ ਸ਼ਹਿਰ ਦੇ ਕੰਮਾਂ ਵਾਸਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ। ਅਸੀਂ ਪਹਿਲੇ ਦਿਨ ਵੀ ਕਿਹਾ ਸੀ ਕਿ ਸ਼ਹਿਰ ਦੇ ਕੰਮ ਵਾਸਤੇ ਅਸੀਂ ਦਿਨ ਰਾਤ ਤੁਹਾਡੇ ਨਾਲ ਹੈ। ਜਿੱਥੇ ਵੀ ਤੁਸੀਂ ਆਵਾਜ਼ ਮਾਰੋਗੇ ਮੀਟਿੰਗ ਹੈ ਤੇ ਹਰ ਮੀਟਿੰਗ ਅਸੀਂ ਜਿਹੜੇ ਤੁਸੀਂ ਏਜੰਡੇ ਲੈ ਕੇ ਆਓਗੇ ਜਿਹੜੇ ਸਹੀ ਏਜੰਡੇ ਅਸੀਂ ਕਦੀ ਕਿਸੇ ਨੂੰ ਬਿਲਕੁਲ ਨਹੀਂ ਕਰਨਾ। ਅਸੀਂ ਪਹਿਲੇ ਵੀ ਆਪਣੇ ਵਾਰਡ ਵਾਸਤੇ ਸ਼ਹਿਰ ਵਾਸਤੇ ਕੰਮ ਕੀਤਾ ਹੈ, ਅੱਗੇ ਵੀ ਕਰਾਂਗੇ ਤੇ ਅਸੀਂ ਤੁਹਾਡੇ ਤੋਂ ਪੂਰੀ ਉਮੀਦ ਹੈ ਸਾਨੂੰ ਕਿ ਜਿਹੜੇ ਵੀ ਸਾਡੇ ਕੰਮ ਰਹਿੰਦੇ ਹੋਣਗੇ ਉਹ ਤੁਸੀਂ ਸਾਡੇ ਕੰਮ ਜ਼ਰੂਰ ਕਰਾਓਗੇ। ਜਿਵੇਂ ਹੁਣ ਤੁਸੀਂ ਕਹਿ ਕੇ ਗਏ ਹੋ, ਜਿਵੇਂ ਮੈਂ ਆਪਣੇ ਵਾਰਡ ਦੀ ਗੱਲ ਕਰਾਂਗਾ, ਜਿਵੇਂ ਹੁਣ 2-3 ਪਾਰਕਾਂ ਦੇ ਮੇਰੇ ਟੈਂਡਰ ਪਾਸ ਹੋਏ ਪਏ ਨੇ, ਵਰਕਾਂ ਦੇ ਕੱਢੇ ਹੋਏ ਨੇ ਤੇ ਮੈਂ ਚਾਹੁੰਦਾ ਕਿ ਅਗਲੀ ਵੀਡੀਓ ਤੋਂ ਪਹਿਲਾਂ ਉਹ ਕੰਮ ਜ਼ਰੂਰ ਸ਼ੁਰੂ ਹੋ ਜਾਣ ਤੇ ਸਾਡਾ ਬਾਕੀ ਸਾਰੇ ਕੰਮ ਤਾਂ ਬਹੁਤ ਜਲਦੀ ਸ਼ੁਰੂ ਹੋ ਰਿਹਾ ਹੈ। ਬਸ ਥੈਂਕ ਯੂ ਮੈਡਮ। 3 ਵਾਰ ਕਹਿ ਰਹੇ ਜੀ 3 ਵਾਰ ਇੱਕ ਨਹੀਂ ਹੌਲੀ ਹੌਲੀ ਸਾਰਾ ਹੋਗਾ ਸਾਰਾ